ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾ। ਜੀ ਜੰਤਾ ਸਭ ਪੇਖੀਆ ਪ੍ਰਭ ਸਗਲ ਤੁਮਾਰੀ ਧਾਰਨਾ। ਇਹੋ ਮਨ ਹਰਿ ਕੈ ਨਾਮ ਉਧਾਰਨਾ। ਜੀ ਜੰਤਾ ਸਭ ਪੇਖੀਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਮ ਕਲੀ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ। ਜੀ ਜਨਤਾ ਸਭ ਪੇਖੀਆ ਹੈ। ਜੀਵ ਵੱਡੇ ਤੇ ਜੰਤ ਛੋਟੇ, ਮਤਲਬ ਜਿੰਨੇ ਵੀ ਸਥੂਲ ਜੀਵ ਤੇ ਸੂਖਮ ਜੀਵ ਭਾਵ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਆਦਿਕ ਸਾਰੇ ਵੇਖੀਦੇ ਹਨ। ਪ੍ਰਭ ਸਗਲ ਤੁਮਾਰੀ ਧਾਰਨਾ। ਉਹਨਾਂ ਸਭਨਾਂ ਦੇ ਵਿੱਚ ਹੇ ਪ੍ਰਮਾਤਮਾ ਆਪ ਜੀ ਨੇ ਆਪਣੀ ਚੇਤਨ ਸੱਤਾ ਧਾਰਨ ਕੀਤੀ ਹੋਈ ਹੈ। ਇਹੋ ਮਨ, ਇਹ ਜਿਹੜਾ ਮਨ ਹੈ ਚਿੱਤ ਹੈ ਇਸ ਨੂੰ ਹਰਿ ਕੈ ਨਾਮ ਉਧਾਰਨਾ। ਸੰਤ ਜਨ ਆਪ ਜੀ ਦੇ ਨਾਮ ਆਸਰੇ ਹੀ ਧਾਰਨਾ ਕਰਦੇ ਹਨ। ਹੇ ਹਰੀ ਪਰਮੇਸ਼ਰ ਜੀਓ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਖੈਨ ਮਹਿ ਥਾਪ ਥਾਪੇ ਕੁਦਰਤ। ਇਹ ਪਰਮੇਸ਼ਰ ਆਪ ਜੀ ਆਪਣੀ ਕੁਦਰਤ ਸ਼ਕਤੀ ਦੁਆਰਾ ਇੱਕ ਛਿਨ ਵਿੱਚ ਹੀ ਸੋ ਪੈਦਾ ਕੀਤਾ ਹੋਇਆ ਸੰਸਾਰ ਪੁੱਟ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ, ਜਾਂ ਪਰਲੋ ਕੀਤੇ ਸੰਸਾਰ ਨੂੰ ਇੱਕ ਛਿਨ ਵਿੱਚ ਫਿਰ ਥਾਪ ਦਿੰਦੇ ਹੋ। ਇਸੇ ਪ੍ਰਕਾਰ ਥਾਪੇ ਕੁਦਰਤ। ਸੋ ਮਹਾਰਾਜ हे ਪ੍ਰਮਾਤਮਾ ਜੀਓ। ਥਾਪੇ ਕੁਦਰਤ। हे ਕੁਦਰਤ ਦੇ ਮਾਲਕ ਪਰਮੇਸ਼ਰ ਤੂੰ ਇੱਕ ਛਿਣ ਦੇ ਵਿੱਚ ਪੈਦਾ ਕੀਤੀ ਹੋਈ ਅਗਿਆਨ ਨੂੰ ਪੁੱਟ ਦਿੰਦਾ ਹੈ ਅਤੇ ਉਹ ਥਾਪੇ ਹੋਏ ਗਿਆਨ ਸ਼ੁਭ ਗੁਣਾਂ ਨੂੰ ਅਸਥਾਪਨ ਕਰ ਦਿੰਦਾ ਹੈ। ਸਭ ਕਰਤੇ ਕੇ ਕਾਰਨਾ। ਇਹ ਕਰਤੇ ਰਚਨਹਾਰ ਪਰਮੇਸ਼ਰ ਇਹ ਸਾਰੇ ਆਪ ਜੀ ਦੇ ਹੀ ਕਾਰਜ ਹਨ।
ਇਹਨਾਂ ਕਾਰਜਾਂ ਦੇ ਕਰਨੇ ਯੋਗ ਕੇਵਲ ਤੂੰ ਆਪ ਹੀ ਹੈ। ਕਾਮ ਕ੍ਰੋਧਾ ਲੋਭ ਝੂਠ ਨਿੰਦਾ। ਕਾਮ ਮੰਦ ਵਾਸ਼ਨਾ, ਕ੍ਰੋਧ ਗੁੱਸਾ, ਲੋਭ ਲਾਲਚ, ਝੂਠ ਮਿਥਿਆ ਬਚਨ ਬੋਲਣੇ, ਨਿੰਦਾ ਅਪਕੀਰਤੀ ਆਦਿਕ ਔਗਣਾਂ ਨੂੰ। ਸਾਧੂ ਸੰਗ ਬਿਦਾਰਨਾ। ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਕੱਟਣਾ ਕੀਤਾ, ਨਿਵਰਤ ਕੀਤਾ ਹੈ। ਭਾਵ ਕਾਮ ਨੂੰ ਵਸਤੂ ਵਿਚਾਰ ਦੁਆਰਾ, ਕ੍ਰੋਧ ਨੂੰ ਖਿਮਾ ਦੁਆਰਾ, ਲੋਭ ਨੂੰ ਸੰਤੋਖ ਦੁਆਰਾ, ਝੂਠ ਨੂੰ ਸੱਚ ਦੁਆਰਾ, ਅਪਕੀਰਤੀ ਨੂੰ ਆਪਣੇ ਆਪ ਨੂੰ ਨੀਵਾਂ ਮੰਨ ਕੇ ਇਉਂ ਸਾਧ ਸੰਗਤ ਵਿੱਚ ਮਿਲ ਕੇ ਕੱਟਣਾ ਕੀਤਾ ਹੈ। ਨਾਮ ਜਪਤ ਮਨ ਨਿਰਮਲ ਹੋਵੈ। ਇਹ ਪਰਮੇਸ਼ਰ ਆਪ ਜੀ ਦਾ ਨਾਮ ਸਿਮਰ ਕਰਕੇ ਚਿੱਤ ਉਜਲ ਹੋ ਜਾਂਦਾ ਹੈ। ਸੁਖੇ ਸੁਖਾ ਗੁਦਾਰਨਾ। ਅਤੇ ਸੁੱਖਾਂ ਹੀ ਸੁੱਖਾਂ ਵਿੱਚ ਜੀਵਨ ਬਤੀਤ ਹੁੰਦਾ ਹੈ। ਜਾਂ ਇਸੇ ਪ੍ਰਕਾਰ ਸੁਖੇ ਸੁਖ ਗੁਦਾਰਨਾ। ਨਾਮ ਦੇ ਸੁਖ ਦੁਆਰਾ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਅਗਿਆਨ ਨੂੰ ਗੁਜ਼ਾਰਨਾ, ਨਾਸ਼ ਕੀਤਾ ਹੈ। ਭਗਤ ਸਰਨ ਜੋ ਆਵੈ ਪ੍ਰਾਣੀ। ਇਹ ਪਰਮੇਸ਼ਰ ਜੋ ਪ੍ਰਾਣਾਧਾਰੀ ਜੀਵ ਆਪ ਜੀ ਦਾ ਨਾਮ ਜਪਣ ਵਾਲੇ ਭਗਤ ਜਨਾਂ ਦੀ ਓਟ ਵਿੱਚ ਆਉਂਦਾ ਹੈ। ਤੈਸਾ ਇਹਾ ਯੂਹਨ ਹਾਰਨਾ। ਤਿਸ ਦਾ ਨਾ ਹੀ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਹਾਰਨਾ ਹੁੰਦਾ ਹੈ। ਸੋ ਗੁਰਮੁਖ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਪਰਲੋਕ ਨੂੰ ਜਾਂਦੇ ਹਨ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸੁਖਾ ਦੁਖਾ ਸਮਨ ਕੀ ਬਿਰਥਾ। ਸੁਖ ਪ੍ਰਾਪਤੀ ਦੀ ਇੱਛਾ ਅਤੇ ਦੁੱਖ ਦੀ ਨਿਵਰਤੀ ਦੀ ਇੱਛਾ ਜੋ ਅਸੀਂ ਚਿੱਤ ਦੀ ਹਾਲਤ ਪੀੜਾ ਹੈ। ਤੁਮ ਹੀ ਆਗੈ ਸਾਰਣਾ। ਉਹ ਅਸਾਂ ਜੀਵਾਂ ਨੇ ਆਪ ਜੀ ਦੇ ਅੱਗੇ ਹੀ ਬਿਆਨ ਕੀਤੀ ਹੈ। ਤੂੰ ਦਾਤਾ ਸਭਨਾ ਜੀਆ ਕਾ। ਇਹ ਪਰਮੇਸ਼ਰ ਸਾਰੇ ਜੀਵਾਂ ਦਾ ਇੱਕ ਤੂੰ ਹੀ ਦਾਤਾ ਹੈ। ਆਪਣਾ ਕੀਆ ਪਾਲਨਾ। ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਹੈ ਅਤੇ ਆਪ ਹੀ ਪਾਲਣਾ ਕਰਦਾ ਹੈ। ਇਸੇ ਪ੍ਰਕਾਰ ਆਪਨ ਆਪਨ ਕੀਆ ਪਾਲਨਾ। ਤੂੰ ਆਪਣੇ ਸੰਤਾਂ ਭਗਤਾਂ ਦੇ ਅੰਦਰ ਦੇਵੀ ਸੰਪਦਾ ਰੂਪ ਗੁਣ ਪੈਦਾ ਕੀਤੇ ਹਨ ਅਤੇ ਫਿਰ ਆਪ ਹੀ ਉਹਨਾਂ ਦੇ ਅੰਦਰ ਆਸਰੀ ਸੰਪਦਾ ਨੂੰ ਨਾਸ਼ ਕਰਕੇ ਪਾਲਣਾ ਕਰਦਾ ਹੈ। ਅਨਕ ਬਾਰ ਕੋਟ ਜਨ ਉਪਰ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਕਿ ਹੇ ਪਰਮੇਸ਼ਰ, ਮੈਂ ਆਪ ਜੀ ਦਾ ਨਾਮ ਜਪਣ ਵਾਲੇ ਕਰੋੜਾਂ ਹੀ ਭਗਤ ਜਨਾਂ ਦੇ ਉੱਪਰੋਂ ਸੋ ਅਨੇਕ ਵਾਰ ਅਨੇਕਾਂ ਹੀ ਵਾਰ ਨਾਨਕ ਵੰਜੈ ਵਾਰਨਾ। ਸੋ ਅਨੇਕਾਂ ਹੀ ਦਿਨ ਬਲਿਹਾਰ ਕੁਰਬਾਨ ਜਾਂਦਾ ਹੈ। ਜਾਂ ਇਸੇ ਪ੍ਰਕਾਰ ਨਾਨਕ ਵੰਜੈ ਵਾਰਨਾ। ਇਹ ਪਰਮੇਸ਼ਰ ਜਿਨ੍ਹਾਂ ਜਨਾਂ ਨੇ ਅਨੇਕਾਂ ਜ਼ਿੰਦਗੀਆਂ ਵਾਰ-ਵਾਰ ਕੇ ਜਾਂ ਅਨੇਕਤਾ ਨੂੰ ਵਾਰ ਪਾ ਵਰਜ ਕੇ ਤੇਰੇ ਨਾਮ ਦੇ ਕਿਲੇ ਦਾ ਆਸਰਾ ਲੈਣਾ ਕੀਤਾ, ਉਹਨਾਂ ਜਨਾਂ ਤੋਂ ਮੈਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਇਸੇ ਪ੍ਰਕਾਰ ਨਾਨਕ ਵੰਜੈ ਵਾਰਨਾ। ਜਿਹੜੇ ਗੁਰਮੁਖ ਜਨ ਤੇਰੇ ਨਾਮ ਨੂੰ ਵਾਲ ਰੋਮ ਰੋਮ ਕਰਕੇ ਕਰੋੜਾਂ ਮਰ ਜਪਦੇ ਹਨ, ਉਹਨਾਂ ਜਨਾਂ ਦੇ ਉੱਪਰੋਂ ਮੈਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਵਾਰਨੇ ਬਲਿਹਾਰਨੇ ਲੱਖ ਭਰੀਆ। ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਹਉ ਕੁਰਬਾਨੇ ਜਾਓ ਮਿਹਰਬਾਨ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਨਕ। ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ,
ਤਿਨਾ ਕੈ ਹਉ ਸਤਿਗੁਰ ਬਨ ਜਾਓ। ਰਾਮ ਕਾਲੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਸ਼ੋਭਾਮਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਸ਼ਟਪਦੀ 8 ਪਦੀਆਂ ਵਾਲੀ ਇਹ ਬਾਣੀ ਉਚਾਰ ਰਹੇ ਨੇ। ਇੱਕ ਓੰਕਾਰ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਦਰਸ਼ਨ ਭੇਟਤ ਪਾਪ ਸਭ ਨਾਸਾ ਹੈ। ਗੁਰਾਂ ਦੇ ਦਰਸ਼ਨ ਦੀਦਾਰ ਮਿਲਣੇ ਕਰਕੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਗੁਨਾਹ ਨਾਸ਼ ਹੋ ਜਾਂਦੇ ਹਨ। ਹਰ ਸਿਉ ਦੇ ਮਿਲਾਈ ਅਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਹਨ। ਮੇਰਾ ਗੁਰ ਪਰਮੇਸ਼ਰ ਸੁਖਦਾਈ। ਮੇਰਾ ਭਾਵ ਸਾਡਾ ਜੋ ਪੂਰਾ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਅਤੇ ਸੁੱਖਾਂ ਦਾ ਦਾਤਾ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਪਾਰ ਬ੍ਰਹਮ ਕਾ ਨਾਮ ਦ੍ਰਿੜਾਏ। ਸਾਡਾ ਪੂਰਨ ਗੁਰੂ ਪਰਮੇਸ਼ਰ ਦਾ ਨਾਮ ਪ੍ਰਪੱਕ ਕਰਵਾਉਂਦਾ ਹੈ। ਅੰਤੇ ਹੋਏ ਸਖਾਈ। ਜੋ ਨਾਮ ਆਖਰੀ ਦੇ ਵਕਤ ਜੀਵ ਦਾ ਸਹਾਇਕ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਗਲ ਦੁਖ ਕਾ ਡੇਰਾ ਪੰਨਾ। ਸੋ ਸਾਰੇ ਦੁੱਖਾਂ ਦਾ ਜਿਹੜਾ ਡੇਰਾ ਕਿਹੜਾ ਸੀ ਅਗਿਆਨ, ਇਹ ਅੰਦਰੋਂ ਨਾਸ਼ ਕਰ ਦਿੱਤਾ। ਕਦੋਂ ਨਾਸ਼ ਕੀਤਾ? ਸੰਤ ਧੂਰ ਮੁਖ ਲਾਈ। ਜਦ ਸਵਾਸ ਗਰਾਸ ਨਾਮ ਜਪਣ ਵਾਲੇ ਮਹਾਤਮਾ ਜਨਾਂ ਦੀ ਜਾਂ ਸ਼ਾਂਤ ਆਤਮਾ ਵਾਲੇ ਸਤਿਗੁਰਾਂ ਦੀ ਚਰਨ ਧੂੜੀ ਆਪਣੇ ਮੁਖੜੇ ਉੱਤੇ ਲਾਉਣਾ ਕੀਤੀ, ਜਾਂ ਦੇਹ ਦੀ ਹੰਗਤਾ ਨਾਸ਼ ਕਰ ਦਿੱਤੀ, ਤਾਂ ਦੁੱਖਾਂ ਦਾ ਜਿਹੜਾ ਸਥਾਨ ਅਗਿਆਨ ਸੀ ਅੰਦਰੋਂ ਨਾਸ਼ ਕਰ ਦਿੱਤਾ ਮਹਾਰਾਜ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਾਦਤ ਪਨੀਤ ਕੀਏ ਖਿਨ ਭੀਤਰ। ਸੋ ਗੁਰਾਂ ਨੇ ਨਾਮ ਜਪਾ ਕੇ ਇੱਕ ਛਿਨ ਦੇ ਵਿੱਚ ਹੀ ਪਾਪੀ ਤੋਂ ਪਵਿੱਤਰ ਬਣਾਉਣਾ ਕੀਤਾ ਹੈ। ਅਗਿਆਨ ਅੰਧੇਰ ਵੰਝਾਈ। ਅਤੇ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਅਗਿਆਨ ਨੂੰ ਹਨੇਰਾ ਵੀ ਅੰਦਰੋਂ ਚਲਿਆ ਗਿਆ ਹੈ। ਕਰਨ ਕਾਰਨ ਸਮਰੱਥ ਸੁਆਮੀ। ਸੋ ਜੋ ਸਾਰੇ ਕਾਰਜਾਂ ਨੂੰ ਕਰਨ ਵਾਲਾ ਮਾਲਕ ਜੋ ਪਰਮੇਸ਼ਰ ਸਰਬ ਸ਼ਕਤੀਮਾਨ ਹੈ। ਨਾਨਕ ਦਿਸ ਸਰਨਾਈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਮੈਂ ਤਿਸ ਪਰਮੇਸ਼ਰ ਦੀ ਓਟ ਲੈਣਾ ਕੀਤੀ ਹੈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ। ਪਰਮੇਸ਼ਰ ਸਰੂਪ ਗੁਰਾਂ ਨੇ ਆਪਣੇ ਚਰਨ ਕਮਲਾਂ ਦਾ ਪਿਆਰ ਦ੍ਰਿੜ ਕਰਵਾ ਕੇ ਕਰਤਾ ਭੋਗਤਾ ਹੰਤਾ ਮਮਤਾ ਜੰਮਣ ਮਰਨ ਆਦਿਕ ਦੇ ਜੋ ਬੰਧਨ ਜੰਝਾਲ ਸਨ ਉਹਨਾਂ ਨੂੰ ਭੰਨ ਕੇ ਨਾਸ਼ ਕਰ ਦਿੱਤੇ ਹਨ। ਏਕ ਸ਼ਬਦ ਲਿਵ ਲਾਈ। ਹਰ ਇੱਕ ਗੁਰਾਂ ਦੀ ਉਪਦੇਸ਼ ਜਾਂ ਬ੍ਰਹਮ ਦੇ ਵਿੱਚ ਚਿੱਤ ਦੀ ਬਿਰਤੀ ਲਾਉਣਾ ਕੀਤੀ ਹੈ। ਅੰਧਕੂਪ ਵਿਖਿਆ ਤੇ ਕਾਢਿਓ। ਗੁਰਾਂ ਨੇ ਅਗਿਆਨ ਰੂਪ ਹਨੇਰੇ ਵਾਲੇ ਸੰਸਾਰ ਰੂਪ ਖੂਹ ਅਤੇ ਮਾਇਆ ਦੀ ਜ਼ਹਿਰ ਜਾਂ ਵਿਸ਼ਿਆਂ ਰੂਪ ਅੰਨੇ ਖੂਹ ਤੋਂ ਕਿਰਪਾ ਕਰਕੇ ਕੱਢ ਲਿਆ ਹੈ। ਸਾਚ ਸ਼ਬਦ ਬਣ ਆਈ। ਹਰ ਸੱਚੇ ਗੁਰਾਂ ਦੇ ਉਪਦੇਸ਼ ਜਾਂ ਸੱਚੇ ਬ੍ਰਹਮ ਦੇ ਨਾਲ ਪ੍ਰੀਤੀ ਬਣ ਆਈ ਹੈ। ਜਨਮ ਮਰਨ ਕਾ ਸੱਚ। ਜੰਮਣ ਅਤੇ ਮਰਨ ਦਾ ਜੋ ਸੰਸਾਰ ਇਹ ਚੁੱਕਿਆ ਗਿਆ।
ਨਿਵਰਤ ਹੋ ਗਿਆ ਹੈ। ਬਹੁੜ ਕਤਹੁ ਨ ਆਈ, ਮੁੜ ਕਿਤੇ ਜੂਨਾਂ ਦੇ ਵਿੱਚ ਹੁਣ ਦੌੜਨਾ ਨਹੀਂ ਪਵੇਗਾ। ਨਾਮ ਰਸਾਇਨ ਇਹੋ ਮਨ ਰਤਾ, ਜੋ ਰਸਾਂ ਦਾ ਘਰ ਪਰਮੇਸ਼ਰ ਦਾ ਨਾਮ ਹੈ, ਤਿਸ ਵਿੱਚ ਇਹ ਜੋ ਸਾਡਾ ਮਨ ਹੈ, ਚਿੱਤ ਹੈ, ਰੰਗਿਆ ਗਿਆ ਹੈ। ਅਮਰਤਾ ਪੀਏ ਤ੍ਰਿਪਤ, ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਨੂੰ ਪੀ ਕੇ ਚਿੱਤ ਅਤਿਅੰਤ ਤ੍ਰਿਪਤ ਹੋ ਗਿਆ ਹੈ। ਸੋ ਆਪ ਮਹਾਰਾਜ ਨੇ ਕਿਰਪਾ ਕੀਤੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜੋ ਸੱਚੇ ਨਾਮ ਦਾ ਭੋਜਨ ਛਕ ਕੇ ਮਨ ਤ੍ਰਿਪਤ ਹੋ ਗਿਆ ਹੈ। ਸੰਤ ਸੰਗ ਮਿਲ ਕੀਰਤਨ ਗਾਇਆ, ਸਾਸਕ ਰਾਸ ਨਾਮ ਜਪਣ ਵਾਲੇ ਪੁਰਖਾਂ ਦੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ। ਨਿਹਚਲ ਵਸਿਆ ਜਾਈ, ਪ੍ਰਭੂ ਦਾ ਜਸ ਗਾਇਨ ਕਰਨੇ ਕਰਕੇ ਹੁਣ ਮੈਂ ਅਚਲ ਤੁਰਿਆ ਪਦ ਰੂਪ ਜਗ੍ਹਾ ਵਿੱਚ ਜਾ ਕੇ ਵਸ ਗਿਆ ਹਾਂ। ਪੂਰਾ ਗੋਰਾ ਪੂਰੀ ਮਤ ਦੀਨੀ, ਪੂਰਨ ਸਤਿਗੁਰਾਂ ਨੇ ਮੈਨੂੰ ਇਹ ਪੂਰੀ ਸਿੱਖਿਆ ਦੇਣਾ ਕੀਤੀ ਹੈ। ਹਰ ਬਿਨ ਆਨ ਨ ਪਾਈ, ਇਹ ਭਾਈ ਹਰੀ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵੀ ਸਰਬ ਕਲਾ ਸਮਰੱਥ ਨਹੀਂ ਹੈ। ਨਾਮ ਨਾਮ ਨਿਧਾਨ ਪਾਇਆ ਵਡ ਭਾਗੀ, ਵੱਡੇ ਭਾਗਾਂ ਕਰਕੇ ਸਤਿਗੁਰਾਂ ਦੇ ਪਾਸੋਂ ਨਾਮ ਰੂਪ ਖਜ਼ਾਨਾ ਪਾਇਆ ਹੈ। ਨਾਨਕ ਨਰਕ ਨ ਜਾਈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਨਰਕ ਦੇ ਵਿੱਚ ਨਹੀਂ ਜਾਣਾ ਪਵੇਗਾ। ਕਾਲ ਸਿਆਨਪ ਉਕਤ ਨ ਮੇਰੀ, ਮੇਰੀ ਨਾ ਤਨ ਕਰਕੇ ਘਾਲਣਾ ਕਮਾਈ ਹੈ, ਨਾ ਹੀ ਮੇਰੀ ਬੁੱਧੀ ਵਿੱਚ ਸਿਆਣਪ ਹੈ, ਅਤੇ ਉਕਤ ਨਾ ਮੇਰੀ, ਨਾ ਹੀ ਮੇਰੀ ਵਾਕਾਂ ਨੂੰ ਕਥਨ ਕਰਨ ਦੀ ਚਤੁਰਾਈ ਹੈ। ਪੂਰਾ ਗੁਰੂ ਕਮਾਈ, ਇਹ ਜਿਤਨਾ ਵੀ ਸੁਖ ਪ੍ਰਾਪਤ ਹੋਇਆ ਉਹ ਪੂਰੇ ਗੁਰੂ ਸਾਹਿਬ ਜੀ ਦੀ ਕਮਾਈ ਹੈ। ਜਾਂ ਇਸੇ ਪ੍ਰਕਾਰ ਪੂਰਾ ਗੁਰੂ ਕਮਾਈ, ਉਹ ਪੂਰਨ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਹੈ। ਜਾਂ ਇਸੇ ਪ੍ਰਕਾਰ ਪੂਰਾ ਗੁਰੂ ਕਮਾਈ, ਪੂਰਨ ਗੁਰੂ ਨੇ ਸ਼ਰਧਾ ਦੇ ਸਹਿਤ ਭਗਤੀ ਦੀ ਕਮਾਈ ਕਰਨ ਦੀ ਜਾਚ ਦੱਸਣਾ ਕੀਤੀ ਹੈ। ਜਪ ਤਪ ਸੰਜਮ ਸੁਚ ਹੈ ਸੋਈ, ਜਿਸ ਪੁਰਖ ਨੂੰ ਇਹ ਨਿਸ਼ਚਾ ਹੈ ਬੇਕਾਰੀ ਕਰਾਈ, ਕਿ ਪਰਮੇਸ਼ਰ ਆਪ ਹੀ ਜਗਤ ਨੂੰ ਪੈਦਾ ਕਰਦਾ ਤੇ ਆਪ ਹੀ ਪ੍ਰੇਰ ਕੇ ਜੀਵਾਂ ਦੇ ਪਾਸੋਂ ਕਰਮ ਕਰਾਉਂਦਾ ਹੈ, ਜਾਂ ਆਪ ਹੀ ਗੁਰੂ ਬਣ ਕੇ ਉਪਦੇਸ਼ ਕਰਦਾ ਹੈ ਅਤੇ ਆਪ ਹੀ ਸਿੱਖ ਰੂਪ ਹੋ ਕੇ ਕਮਾਉਣਾ ਕਰਦਾ ਹੈ, ਜਾਂ ਸਤਿਗੁਰੂ ਰੂਪ ਹੋ ਕੇ ਕਰਾਉਂਦਾ, ਉਸ ਪੁਰਖ ਦਾ ਹੀ ਬਾਣੀ ਕਰਕੇ ਜਾਪ, ਸਰੀਰ ਕਰਕੇ ਕੀਤੀ ਤਪੱਸਿਆ ਜਾਂ ਸੇਵਾ ਰੂਪ ਤਪ, ਤੇ ਸੰਜਮ ਇੰਦਰੀਆਂ ਦਾ ਦਮਨ ਤੇ ਵਿਸ਼ਰਿਆਂ ਦੀ ਨਿਵਰਤੀ ਰੂਪ ਸਵੱਚ ਪਵਿੱਤਰਤਾ ਆਦਿਕ ਸਾਧਨ ਕੀਤਾ ਸਫਲਾ ਹੈ। ਪੁੱਤਰ ਕਲਤਰ ਮਹਾ ਵਿਖਿਆ ਮਹਾ, ਪੁੱਤਰ ਤੇ ਕਲਤਰ ਇਸਤਰੀ ਅਤੇ ਮਹਾ ਵੱਡੀ ਬਲ ਵਾਲੀ ਮਾਇਆ ਦੇ ਵਿੱਚ ਰਹਿੰਦਿਆਂ ਹੀ ਗੁਰ ਸਾਚਾ ਲਾਇ ਤਰਾਈ, ਸਤਿਗੁਰਾਂ ਨੇ ਸੱਚੇ ਨਾਮ ਜਪਣ ਵਿੱਚ ਚਿੱਤ ਦੀ ਵਰਤੀ ਲਾ ਕੇ ਸੰਸਾਰ ਸਮੁੰਦਰ ਤੋਂ ਜਾਂ ਸਾਰੇ ਪਸਾਰੇ ਚੋਂ ਤਾਰਨਾ ਕੀਤਾ ਹੈ। ਜਾਂ ਪੁੱਤਰ ਇਸਤਰੀ ਅਤੇ ਮਾਇਆ ਦੇ ਮੋਹ ਵਿੱਚੋਂ ਕੱਢ ਕੇ ਗੁਰਾਂ ਨੇ ਸੱਚੇ ਨਾਮ ਦੇ ਵਿੱਚ ਲਾ ਕੇ ਸਾਨੂੰ ਤਾਰਨਾ ਕੀਤਾ ਹੈ। ਆਪਣੇ ਜੀ ਤੈ ਆਪ ਸੰਭਾਲੇ, ਇਹ ਪਰਮੇਸ਼ਰ ਆਪ ਦੇ ਪੈਦਾ ਕੀਤੇ ਹੋਏ ਜੀਵ ਤੈਂ ਆਪ ਹੀ ਸੰਭਾਲਣਾ ਕੀਤੇ ਹਨ
ਤੂੰ ਆਪ ਹੀ ਉਹਨਾਂ ਨੂੰ ਸੰਭਾਲਿਆ ਹੈ। ਆਹ ਭਲੀਏ ਲੜ ਲਾਈ, ਅਰ ਤੂੰ ਆਪ ਹੀ ਪ੍ਰੇਮ ਰੂਪੀ ਜਾਂ ਸ਼ਰਨ ਰੂਪੀ ਪੱਲੇ ਨਾਲ ਲਾ ਲਏ ਹਨ। ਸਾਜ ਧਰਮ ਕਾ ਬੇੜਾ ਬੰਧਿਆ, ਗੁਰਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਨਾਮ ਜਪਣ ਰੂਪ ਸੱਚਾ ਬੇੜਾ ਜਾਂ ਸੱਚ ਵਿੱਚ ਲਿਵ ਲਗਾਉਣ ਰੂਪ ਸੱਚਾ ਧਰਮ ਦਾ ਬੇੜਾ ਬੰਨ੍ਹਣਾ ਕੀਤਾ ਹੈ। ਭਵ ਜਲ ਪਾਰ ਪਵਾਈ, ਜਿਸ ਦੁਆਰਾ ਬੇਅੰਤ ਦੁਨੀਆ ਸੰਸਾਰ ਸਮੁੰਦਰ ਤੋਂ ਪਾਰ ਪਵਾ ਦਿੱਤੀ ਹੈ। ਪਾਰ ਪਵੰਦੜੇ ਡਿਠ ਮੈਂ ਸਤਿਗੁਰ ਬੋਹਿਤ ਚਾੜ, ਬੇਸ਼ੁਮਾਰ ਬੇਅੰਤ ਸੁਆਮੀ, ਜੋ ਸੁਆਮੀ ਮਾਲਕ ਪਰਮੇਸ਼ਰ ਗਿਣਤੀ ਤੋਂ ਰਹਿਤ ਅਤੇ ਅੰਤ ਤੋਂ ਰਹਿਤ ਹੈ। ਭਾਵ ਜਿਸ ਦੇ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ ਅਤੇ ਜਿਸ ਦੇ ਸਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਬਲ ਬਲ ਜਾਈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਮੈਂ ਉਸ ਪਰਮੇਸ਼ਰ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਕੁਰਬਾਨ ਜਾਂਦਾ ਹਾਂ। ਅਕਾਲ ਮੂਰਤ ਅਜੂਨੀ ਸੰਭਾਉ, ਜੋ ਪਰਮੇਸ਼ਰ ਕਾਲ ਤੋਂ ਰਹਿਤ ਸਰੂਪ ਵਾਲਾ ਹੈ, ਅਜਨਮਾ ਰੂਪ ਹੈ ਅਤੇ ਸੁਤੇ ਪ੍ਰਕਾਸ਼ ਰੂਪ ਹੈ, ਐਸੀ ਵਿਸ਼ੇਸ਼ਣਾ ਵਾਲਾ ਜੋ ਪਰਮੇਸ਼ਰ ਹੈ। ਕਲ ਅੰਧਕਾਰ ਦੀ ਪਾਈ, ਕਲਯੁਗ ਰੂਪ ਅੰਧਕਾਰ ਦੇ ਵਿੱਚ ਪ੍ਰਕਾਸ਼ਿਆ ਹੋਇਆ ਹੈ। ਇਸੇ ਪ੍ਰਕਾਰ ਕਲ ਅੰਧਕਾਰ ਦੀ ਪਾਈ, ਉਹ ਪਰਮੇਸ਼ਰ ਗੁਰੂ ਸਰੂਪ ਹੋ ਕੇ ਕਲਯੁਗ ਦੇ ਸਮੇਂ ਅੰਦਰ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਪਾਪ ਅਵਿਦਿਆ ਅਗਿਆਨ ਦੇ ਹਨੇਰੇ ਨੂੰ ਮੇੜ ਕੇ ਸੂਰਜ ਵਤ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਅੰਤਰਜਾਮੀ ਜੀਵਨ ਕਾ ਦਾਤਾ, ਜੋ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਾਰੇ ਜੀਆਂ ਦਾ ਦਾਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਸਭ ਸ੍ਰਿਸ਼ਟੀ ਹੈ ਵਾਹਿਗੁਰੂ ਤੇਰੇ ਅੱਗੇ ਹੱਥ ਜੋੜ ਕੇ ਮੰਗਣ ਵਾਸਤੇ ਖੜੀ ਹੈ। ਤੂੰ ਹੀ ਸਾਰਿਆਂ ਦੀਵਾਂ ਦਾ ਦਾਤਾ ਹੈ। ਇੱਕ ਦਾਤਾ ਸਭ ਜਗਤ ਭਿਖਾਰੀ ਆ। ਇੱਕੋ ਹੀ ਤੂੰ ਦਾਤਾ, ਬਾਕੀ ਸਭ ਜਗਤ ਤੇਰਾ ਭਿਖਾਰੀ ਹੈ। ਹਰ ਜਾਚੈ ਸਭ ਮੰਗ ਮੰਗਣ, ਦੇਖਤ ਤ੍ਰਿਪਤ ਅਗਾਈ। ਉਸ ਦੇ ਸਰੂਪ ਦੇ ਦਰਸ਼ਨ ਦੇਖਣੇ ਕਰਕੇ ਅਤਿਅੰਤ ਰੱਜ ਜਾਈਦਾ ਹੈ। ਆਤਮਿਕ ਤ੍ਰਿਪਤੀ ਕਰਕੇ ਰੱਜ ਜਾਈਦਾ, ਜਿਸ ਤੋਂ ਬਾਅਦ ਭੁੱਖ ਨਹੀਂ ਲੱਗਦੀ। ਏਕ ਓੰਕਾਰ ਨਿਰੰਜਨ ਨਿਰਭਉ, ਉਹ ਇੱਕ ਓੰਕਾਰ ਮੰਗਲ ਸਰੂਪ ਪਰਮੇਸ਼ਰ ਸ਼ੁੱਧ ਸਰੂਪ ਅਤੇ ਭੈ ਤੋਂ ਰਹਿਤ ਹੈ। ਸਭ ਜਲ ਥਲ ਰਹਿਆ ਸਮਾਈ, ਅਤੇ ਸਾਰੇ ਜਲ ਤਰਲ ਥਾਵਾਂ ਦੇ, ਥਲ ਖੁਸ਼ਕ ਥਾਵਾਂ ਦੇ ਵਿੱਚ ਸਮਾਰਿਆ ਲੀਨ ਹੋ ਰਿਹਾ ਹੈ। ਭਗਤ ਦਾਨ ਭਗਤਾਂ ਕਉ ਦੀਨਾ, ਉਸ ਪਰਮੇਸ਼ਰ ਨੇ ਆਪਣੇ ਪਿਆਰੇ ਭਗਤ ਜਨਾਂ ਨੂੰ ਭਗਤੀ ਦਾ ਦਾਨ ਦਿੱਤਾ ਹੈ। ਹਰ ਨਾਨਕ ਜਾਚੈ ਮਾਈ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਇਸ ਕਰਕੇ ਮੈਂ ਵੀ ਉਸ ਮਾਇਆਪਤੀ ਹਰੀ ਪਰਮੇਸ਼ਰ ਤੋਂ ਉਹਦਾ ਨਾਮ ਅੰਮ੍ਰਿਤ ਭਗਤੀ ਦਾ ਦਾਨ ਮੰਗਦਾ ਹਾਂ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਰਾਮ ਕਾਲੀ ਮਹੱਲਾ ਪੰਜਵਾ। ਸ਼ਲੋਕ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਪਾਵਨ ਸ਼ਲੋਕ ਉਚਾਰਨ ਕਰ ਰਹੇ ਹਨ। ਸਿੱਖ ਹਉ ਸ਼ਬਦ ਪਿਆਰੇ ਹੋ, ਇਹ ਪਿਆਰਿਓ ਗੁਰਾਂ ਦੇ ਉਪਦੇਸ਼ ਨੂੰ ਪਿਆਰ ਦੇ ਨਾਲ ਸਿੱਖੋ ਭਾਈ।
ਤੇ ਸਿੱਖਣ ਦੇ ਨਾਲ ਜਨਮ ਮਰਨ ਕੇ ਟੇਕਾ। ਇਹ ਜੰਮਣ ਮਰਨ ਦੀ ਤਰਫੋਂ ਬਚਾਏਗਾ ਤੁਹਾਨੂੰ। ਇਹ ਬਚਾਉਣ ਵਾਸਤੇ ਸ਼ਬਦ ਦੀ ਓਟ ਲੈਣਾ ਕਰੋ। ਸ਼ਬਦ ਇੱਕ ਓਟ ਰੂਪ ਹੈ, ਭਾਵ ਜੋ ਗੁਰਾਂ ਦੇ ਉਪਦੇਸ਼ ਦੀ ਓਟ ਲੈਣਾ ਕਰੇਗਾ ਉਹ ਜੰਮਣ ਮਰਨ ਵਿੱਚ ਨਹੀਂ ਆਵੇਗਾ। ਇਸੇ ਪ੍ਰਕਾਰ ਸਿੱਖਾਂ ਸ਼ਬਦ ਪਿਆਰੇ ਹੋ। ਇਹ ਪਿਆਰਿਓ, ਵੇਖੋ ਮਹਾਰਾਜ ਨੇ ਕਿੰਨੇ ਪਿਆਰ ਨਾਲ ਸਾਨੂੰ ਬੁਲਾਇਆ ਹੈ। ਗੁਰਾਂ ਦੇ ਉਪਦੇਸ਼ ਨੂੰ ਸਿੱਖਣਾ ਕਰੋ ਭਾਈ। ਹੋਰ ਸਾਰੇ ਕੰਮ ਆਪਾਂ ਸਿੱਖਦੇ ਹਾਂ ਅਤੇ ਪਰ ਬਾਣੀ ਦੀ ਸੰਥਿਆ ਕਿਉਂ ਨਹੀਂ ਕਰਦੇ? ਸ਼ਬਦ ਦਾ ਕੀਰਤਨ ਕਿਉਂ ਨਹੀਂ ਸਿੱਖਦੇ? ਬਾਣੀ ਦੇ ਅਰਥ ਕਿਉਂ ਨਹੀਂ ਸਿੱਖਦੇ ਹਾਂ? ਇਹਦੇ ਵੱਲ ਕਿਉਂ ਆਪਾਂ ਆਲਸ ਕੀਤਾ ਹੋਇਆ ਹੈ? ਜੋ ਗੁਰੂ ਜੀ ਦਾ ਉਪਦੇਸ਼ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ, ਇਹਨੂੰ ਜਪਣਾ ਕਿਉਂ ਨਹੀਂ ਸਿੱਖਦੇ ਹਾਂ? ਇਹਨੂੰ ਵੀ ਸਿੱਖੋ। ਜਨਮ ਮਰਨ ਕੀ ਟੇਕਾ। ਅਤੇ ਜੰਮਣ ਮਰਨ ਵਾਲੀ ਦੇਹ ਦੀ ਓਟ ਛੱਡ ਦੇਣਾ ਕਰੋ। ਮੁਖ ਉਜਲ ਸਦਾ ਸੁਖੇ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਗੁਰਾਂ ਦੁਆਰਾ ਨਾਨਕ ਸਿਮਰਤ ਏਕਾ। ਇੱਕ ਪਰਮੇਸ਼ਰ ਨੂੰ ਜਦ ਆਪਾਂ ਯਾਦ ਕਰਾਂਗੇ ਤਾਂ ਯਾਦ ਕਰਦਿਆਂ ਤੁਹਾਡਾ ਇਸ ਲੋਕ ਵਿੱਚ ਵੀ ਮੁਖੜਾ ਉਜਲ ਨਿਰਮਲ ਹੋਵੇਗਾ ਅਤੇ ਤੁਸੀਂ ਪਰਲੋਕ ਦੇ ਵਿੱਚ ਹਮੇਸ਼ਾ ਸੁਖੀ ਹੋਵੋਗੇ। ਮਨ ਤਨ ਰਤਾ ਰਾਮ ਪਿਆਰੇ। ਜਿਨ੍ਹਾਂ ਦਾ ਮਨ ਸੂਖਮ ਸਰੀਰ ਅਤੇ ਤਨ ਸਥੂਲ ਸਰੀਰ ਪਿਆਰੇ ਪਰਮੇਸ਼ਰ ਦੇ ਨਾਮ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ। ਹਰ ਪ੍ਰੇਮ ਭਗਤ ਬਣਾਈ ਸੰਤਾ ਹੋ। ਤਾਂ ਇਹ ਸ਼ਾਂਤ ਆਤਮਾ ਵਾਲੇ ਅਧਿਕਾਰੀ ਜਨੋ, ਉਹਨਾਂ ਦੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਨਾਲ ਪ੍ਰੀਤੀ ਬਣ ਆਈ ਹੈ। ਸਤਿਗੁਰ ਖੇਪ ਨਿਭਾਹੀ ਸੰਤਾ ਹੋ। ਇਹ ਸ਼ਾਂਤ ਆਤਮਾ ਵਾਲੇ ਪੁਰਖੋ, ਉਹਨਾਂ ਪੁਰਖਾਂ ਦੀ ਸੱਚੇ ਗੁਰੂ ਨੇ ਮਨੁੱਖਾ ਜਨਮ ਰੂਪ ਪੂੰਜੀ ਸਿਰ ਤੋੜ ਨਿਭਾ ਦਿੱਤੀ ਹੈ। ਭਾਵ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੋ ਗਿਆ ਹੈ। ਐਸੇ ਪ੍ਰਕਾਰ ਸਤਿਗੁਰ ਖੇਪ ਨਿਭਾਹੀ ਸੰਤਾ ਹੋ। ਇਹ ਸੰਤੋ, ਉਹਨਾਂ ਦੀ ਸਤਿਗੁਰਾਂ ਨੇ ਭਗਤੀ ਰੂਪ ਪੂੰਜੀ ਸਿਰ ਤੋੜ ਨਿਭਾ ਦਿੱਤੀ ਹੈ। ਭਾਵ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਹਰ ਨਾਮ ਲਾਹ ਦਾਸ ਕਉ ਦੀਆ। ਹਰੀ ਪਰਮੇਸ਼ਰ ਨੇ ਆਪਣੇ ਉਹਨਾਂ ਸੇਵਕਾਂ ਨੂੰ ਗੁਰਾਂ ਦੁਆਰਾ ਆਪਣੇ ਨਾਮ ਜਪਣ ਦਾ ਲਾਭ ਨਫਾ ਬਖਸ਼ ਦਿੱਤਾ ਹੈ। ਸਗਲੀ ਤ੍ਰਿਸ਼ਨ ਉਲਾਹੀ ਸੰਤਾ ਹੋ। ਅਤੇ ਹੇ ਸ਼ਾਂਤ ਆਤਮਾ ਵਾਲੇ ਪੁਰਖੋ, ਉਹਨਾਂ ਦੀ ਸਾਰੀ ਰਸਾਂ ਕਸਾਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਉਹ ਲਾਹੀ, ਉਹ ਵਿਸ਼ੇਸ਼ ਕਰਕੇ ਲਾ ਦਿੱਤੀ, ਉਤਾਰ ਦਿੱਤੀ ਹੈ। ਚਰਨ ਰਹਾਉ। ਵਿਸ਼ਰਾਮ ਦੇ ਕਰ ਗੁਰੂ ਸਾਹਿਬ ਫਰਮਾਉਂਦੇ ਹਨ। ਖੋਜਤ ਖੋਜਤਾ ਲਾਲੇਕ ਪਾਇਆ। ਵੇਦਾਂ ਨੂੰ ਖੋਜਦੇ ਹਾਂ, ਸ਼ਾਸਤਰਾਂ ਨੂੰ ਖੋਜਤ ਢੂੰਡਦੇ ਹਾਂ, ਜਾਂ ਪੁਰਾਣਾਂ ਨੂੰ ਖੋਜਦੇ ਹਾਂ, ਸਿਮਰਤੀਆਂ ਨੂੰ ਖੋਜਦੇ ਹਾਂ, ਜਾਂ ਤਨ ਵਿੱਚੋਂ ਮਨ ਨੂੰ ਖੋਜਿਆ ਅਤੇ ਮਨ ਵਿੱਚੋਂ ਖੋਜ ਕੇ ਇੱਕ ਪਿਆਰਾ ਪਰਮੇਸ਼ਰ ਪਾਇਆ ਹੈ। ਇਸੇ ਪ੍ਰਕਾਰ ਖੋਜਤਾ ਖੋਜਤਾ ਲਾਲੇਕ ਪਾਇਆ। ਖੋਜਦੀਆਂ ਖੋਜਦੀਆਂ ਲਾਲ ਦੀ ਨਿਆਈ ਬੇਕੀਮਤ ਬ੍ਰਹਮ ਰੂਪ ਲਾਲ ਪਾਇਆ ਹੈ। ਹਰ ਕੀਮਤ ਕਹਿਣ ਨ ਜਾਈ ਸੰਤਾ ਹੋ। ਹੇ ਸ਼ਾਂਤ ਆਤਮਾ ਵਾਲੇ ਪੁਰਖੋ, ਉਹ ਸਾਰੀ ਪਰਮੇਸ਼ਰ ਦੇ ਪ੍ਰੇਮ ਦੀ ਕਦਰੋ ਕੀਮਤ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ। ਸਾਈ ਨਾਮ ਅਮੋਲ ਕੀਮ ਨ ਕੋਈ ਜਾਣ ਦੋ। ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ। ਸੋ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ।
ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਹੀਰਾ ਲਾਲ ਅਮੋਲ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾਹ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਉ। ਸੋ ਮਹਾਰਾਜ ਦੇ ਨਾਮ ਦੀ ਕੀਮਤ ਨਹੀਂ ਕੋਈ ਪਾ ਸਕਦਾ। ਜਿਵੇਂ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ, ਉਦੋਂ ਲੱਗਦੀ ਸੀ ਜਦੋਂ ਕਿਸੇ ਨੂੰ ਤਾਰਨਾ ਹੁੰਦਾ। ਤਾਂ ਬਿਸ਼ੰਬਰਪੁਰ ਦੇ ਵਿੱਚ ਗੁਰੂ ਸਾਹਿਬ ਪਹੁੰਚੇ, ਯਾਨੀ ਪਟਨਾ ਸਾਹਿਬ ਦਾ ਪਹਿਲਾ ਨਾਮ ਬਿਸ਼ੰਬਰਪੁਰ ਸੀਗਾ। ਸਤਿਗੁਰੂ ਜੀ ਕਹਿੰਦੇ, ਜਾ ਭਾਈ ਮਰਦਾਨਿਆਂ ਕੁਝ ਖਾ। ਕਹਿੰਦਾ ਮਹਾਰਾਜ ਦੁਕਾਨਦਾਰ ਨੂੰ ਮੂੰਹ ਦਿਖਾਵਾਂਗਾ, ਅਗਲੇ ਪੈਸੇ ਮੰਗਦੇ ਨੇ, ਪੱਲੇ ਤਾਂ ਮੇਰੇ ਕੱਖ ਵੀ ਨਹੀਂ। ਮਹਾਰਾਜ ਕਹਿੰਦੇ ਗੁੱਸੇ ਕਿਉਂ ਹੁੰਦਾ? ਆ ਲੈ। ਪੈਰ ਮਾਰਿਆ ਮਹਾਰਾਜ ਨੇ ਮਿੱਟੀ 'ਚ, ਵਿੱਚੋਂ ਇੱਕ ਲਾਲ ਕੱਢਿਆ। ਆਖਿਆ ਲੈ ਭਾਈ ਮਰਦਾਨਿਆ, ਲੈ ਪੱਲਾ ਕਰ, ਇਹ 'ਚ ਬੰਨ੍ਹ ਲਾ, ਇਹ ਬੜਾ ਕੀਮਤੀ ਹੋ, ਅਤੇ ਚੰਗੇ ਸੋਹਣੇ ਵਪਾਰੀ ਕੋਲ ਇਹਨੂੰ ਵੇਚੀ, ਅਤੇ ਜਿਹੜੀ ਤੇਰੀ ਇੱਛਾ ਹੋਊਗੀ ਤੂੰ ਖਾ ਆਈ। ਲੈ ਕੇ ਤੁਰਿਆ ਫਿਰਦਾ ਰਿਹਾ, ਕੋਈ ਕੌਡੀ, ਕੋਈ ਅੱਧੀ ਕੌਡੀ, ਕੋਈ 5 ਕੌਡੀਆਂ, ਜਿਸ ਤਰ੍ਹਾਂ ਕਿਸੇ ਦੀ ਮੱਤ। ਮੇਰੇ ਵਰਗੇ ਸੋਚਣ ਵੀ ਚਲੋ ਸੋਹਣੀ ਜੀ ਗੋਲੀ ਆ, ਨਿਆਣੇ ਖੇਡਣਗੇ, ਉਹਨਾਂ ਨੂੰ ਕੀ ਪਤਾ ਵੀ ਇਹ ਲਾਲ ਹੈ, ਕੀਮਤ ਸਹੀ ਨਾ ਕੋਈ ਪਾਏ। ਮਰਦਾਨਾ ਸੋਚਦਾ ਵੀ ਮਹਾਰਾਜ ਤਾਂ ਕਹਿੰਦੇ ਸੀ ਕੀਮਤੀ ਬੜਾ ਹੈ, ਇਹਨਾਂ ਲੋਕਾਂ ਨੂੰ ਤਾਂ ਇਹਦੀ ਕੀਮਤ ਦਾ ਹੀ ਨਹੀਂ ਪਤਾ। ਫਿਰ ਜੌਹਰੀਆਂ ਵਾਲੇ ਬਾਜ਼ਾਰ 'ਚ ਗਿਆ। ਪਹਿਲਾਂ ਉੱਥੇ ਗੁਰਦੁਆਰਾ ਨਹੀਂ ਸੀ ਹੁੰਦਾ, ਐਤਕੀ ਦਰਸ਼ਨ ਕਰਨ ਗਏ ਤਾਂ ਉੱਥੇ ਗੁਰਦੁਆਰਾ ਇੱਕ ਬਣਿਆ ਹੋਇਆ, ਜਿੱਥੇ ਇੱਕ ਜੌਹਰੀ ਸੀਗਾ, ਉਹਦੇ ਘਰ 'ਚ ਹੀ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਜੇ ਘਰ ਨੂੰ ਚੰਗੀ ਤਰ੍ਹਾਂ ਖਰੀਦ ਕੇ ਅਤੇ ਸੋਹਣੀ ਬਿਲਡਿੰਗ ਨਹੀਂ ਤਿਆਰ ਹੋਈ, ਘਰ ਦੇ ਵਿੱਚ ਪ੍ਰਕਾਸ਼ ਹੈ। ਅਤੇ ਉਸ ਜੌਹਰੀ ਨੇ ਆਖਿਆ ਵੀ ਭਾਈ ਸਾਹਿਬ, ਇਹਦੀ ਕੀਮਤ ਇਸ ਬਾਜ਼ਾਰ ਦੇ ਵਿੱਚੋਂ ਤੈਨੂੰ ਨਹੀਂ ਮਿਲੇਗੀ, ਕਿਉਂਕਿ ਇਹ ਸਾਰੇ ਨਾਰਮਲ ਜਿਹੇ ਵਪਾਰੀ ਨੇ। ਇਹ ਲਾਲ ਇੰਨਾ ਕੀਮਤੀ ਹੈ ਵੀ ਇਹਦੀ ਕੋਈ ਕੀਮਤ ਬੰਦਾ ਇੱਥੋਂ ਦੇ ਨਹੀਂ ਸਕਦਾ, ਇੰਨਾ ਮੈਨੂੰ ਪਤਾ, ਮੇਰੇ ਪਾਸ ਵੀ ਨਹੀਂ ਹੈ। ਤੂੰ ਸਾਲਸਰੇ ਜੌਹਰੀ ਕੋਲ ਚਲਾ ਜਾ, ਉਹ ਇਹਦੀ ਕੀਮਤ ਪਾਊਗਾ। ਜਿੱਥੇ ਉਹਦੀ ਹਵੇਲੀ ਸੀ, ਸਾਲਸਰੇ ਜੌਹਰੀ ਦਾ ਘਰ ਸੀ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲੇ ਅਸਥਾਨ ਦੇ, ਉੱਥੇ ਮਰਦਾਨੇ ਨੇ ਜਾ ਕੇ ਜਦ ਉਹਦੀ ਕੀਮਤ ਪਵਾਈ ਤਾਂ ਉਹਨੇ ਸਾਧ ਸੰਗਤ ਜੀ 100 ਰੁਪਈਆ ਉਹਨਾਂ ਦਿਨਾਂ ਦਾ, ਅੱਜ ਕੱਲ੍ਹ ਤਾਂ 1 ਲੱਖ ਤੋਂ ਵੀ ਸ਼ਾਇਦ ਉਹ ਜ਼ਿਆਦਾ ਹੋਊਗਾ, ਕਿਉਂਕਿ ਰੁਪਈਏ ਦੀ ਕੀਮਤ ਦਿਨ ਬ ਦਿਨ ਘਟਦੀ ਜਾ ਰਹੀ ਹੈ। ਸਾਡੇ ਵੇਖਣ ਦੇ ਵਿੱਚ ਹੀ ਬਹੁਤ ਜ਼ਿਆਦਾ ਘਟ ਗਈ ਹੈ। ਆਹ 10-20 ਸਾਲਾਂ ਦੇ ਵਿੱਚ ਹੀ ਬਹੁਤ ਗਿਰ ਗਿਆ ਹੈ। ਉਹਨਾਂ ਦਿਨਾਂ 'ਚ ਰੁਪਈਆ ਬਹੁਤ ਕੀਮਤੀ ਹੁੰਦਾ ਸੀ। 100 ਰੁਪਈਆ ਮੱਥਾ ਟੇਕਿਆ, ਦਰਸ਼ਨੀ ਭੇਟਾ। ਆਖਿਆ ਲਾਲ ਵੀ ਤੂੰ ਰੱਖ ਲਾ ਅਤੇ 100 ਰੁਪਈਆ ਵੀ ਰੱਖ ਲਾ। ਕਹਿੰਦਾ ਜੀ ਕਿਵੇਂ ਹੋ ਸਕਦਾ? ਕਹਿੰਦੇ ਇਹਦੀ ਦਰਸ਼ਨੀ ਭੇਟਾ ਇਹਦੇ 'ਤੇ ਲਿਖਿਆ ਹੋਇਆ, ਜਿਹਨੂੰ ਇਹ ਦਰਸ਼ਨ ਹੋਣ ਇਹਦੇ, ਉਹ 100 ਰੁਪਈਆ ਦੇਵੇ। ਅਤੇ ਬਾਕੀ ਜਿਨ੍ਹਾਂ ਨੇ ਇਹ ਲਾਲ ਭੇਜਿਆ ਹੈ ਤੂੰ ਉਹਨਾਂ ਦੇ ਮੈਨੂੰ ਦਰਸ਼ਨ ਕਰਵਾ। ਅਤੇ ਮਰਦਾਨਾ ਭਾਈ ਸਾਹਿਬ ਕਹਿਣ ਲੱਗਾ ਵੀ ਉਹ ਤਾਂ ਬਾਹਰ ਬੈਠੇ ਹੋਏ ਨੇ। ਅਤੇ ਮਰਦਾਨਾ ਜੀ ਜਦੋਂ 100 ਰੁਪਈਆ ਲੈ ਕੇ ਗੁਰੂ ਸਾਹਿਬ ਦੇ ਪਾਸ ਪਹੁੰਚਿਆ ਤਾਂ ਸਾਹਿਬ ਕਹਿਣ ਲੱਗੇ ਕਿ ਤੂੰ ਲਾਲ ਵੀ ਲੈ ਆਇਆ ਅਤੇ 100 ਰੁਪਈਆ ਵੀ ਲੈ ਆਇਆ, ਤੂੰ ਲਾਲ ਦੇ ਕੇ ਕਿਉਂ ਨਹੀਂ ਆਇਆ? ਕਹਿੰਦਾ ਜੀ ਉਹਨੇ ਆਖਿਆ ਹੈ ਕਿ ਇਹਦੀ ਦਰਸ਼ਨੀ ਭੇਟਾ ਹੈ। ਮਹਾਰਾਜ ਕਹਿੰਦੇ ਇੰਝ ਕਿਵੇਂ ਹੋ ਸਕਦਾ? ਚੀਜ਼ ਆਪਾਂ ਵੇਚੀ ਨਹੀਂ ਅਤੇ ਮੁੱਲ ਤੂੰ ਲੈ ਲਿਆ। ਤੂੰ ਇਉਂ ਕਰ, ਤੂੰ 100 ਰੁਪਈਆ ਤਾਂ ਵਾਪਸ ਕਰਿਆ। ਕਹਿੰਦਾ ਜੀ 7 ਵਜਨ। ਕਹਿੰਦੇ ਲੈ ਭਾਈ 100 ਰੁਪਈਆ ਤੂੰ ਆਪਦਾ ਲੈ ਲਾ। ਕਹਿੰਦਾ ਮੈਂ ਤਾਂ ਨਹੀਂ ਲੈਣਾ, ਇਹ 'ਤੇ ਲਿਖਿਆ ਹੋਇਆ ਕਿ ਜਿਹੜਾ ਇਹਦੇ ਦਰਸ਼ਨ ਕਰੇ ਉਹ 100 ਰੁਪਈਆ ਦੀ ਦਰਸ਼ਨੀ ਭੇਟਾ ਦੇਵੇ। ਮੈਂ ਜੌਹਰੀ ਹਾਂ, ਮੇਰਾ ਧਰਮ ਹੈ,
मैं भावें आप दा सारा ही सोना चांदी हीरे मोती जवाहरात दे देवां, सारा घर बार हवेली सब दे देवां, ਇਹਦੀ कीमत नहीं मैं दे सकदा। इस लिए तू लाल भी रख ते 100 रुपया भी रख। अच्छा जी, वो फिर महाराज जी कोल आया। महाराज सच्चे पातशाह कहन लगे, मरदाना जी तू बहुत लालची पुरख है, तू गल समझदा नहीं है। किसी ਨੂੰ ਮਰਜ਼ੀ ਪੁੱਛ ਕੇ ਵੇਖ ਲੈ, ਚੀਜ਼ ਜਦ ਆਪਾਂ ਵੇਚੀ ਨਹੀਂ ਤਾਂ ਉਹਦਾ ਮੁੱਲ ਕਿਉਂ ਆਪ ਲੈਂਦੇ ਆ। ਜੇ ਤੂੰ ਪੈਸੇ ਲੈ ਕੇ ਆਇਆ ਤਾਂ ਚੀਜ਼ ਉਹਨੂੰ ਦੇ ਕੇ ਆ। ਕਹਿੰਦਾ ਜੀ ਉਹ ਲਾਲ ਵੀ ਨਹੀਂ ਲੈ ਰਿਹਾ। ਮਹਾਰਾਜ ਕਹਿੰਦੇ ਤੂੰ ਇਉਂ ਕਰ, ਜੀ ਉਹਦਾ ਧਰਮ ਹੈ ਅਤੇ ਸਾਡਾ ਵੀ ਧਰਮ ਹੈ, ਆਪਾਂ ਪੈਸੇ ਨਹੀਂ ਲੈਣੇ, ਤੂੰ ਪੈਸੇ ਉਹਦੇ ਸੁੱਟਿਆ। ਉਹਨੇ ਫਿਰ ਬਦੋ ਬਦੀ ਮਰਦਾਨੇ ਨੂੰ ਫੜਾ ਤੇ ਵਿਚਾਰੇ ਦੀ ਭੁੱਖ ਨਾਲ ਜਾਨ ਨਿਕਲ ਰਹੀ ਹੈ ਅਤੇ ਉਹ ਗੱਲ ਕੁਛ ਬਣ ਨਹੀਂ ਰਹੀ। 7 ਫੇਰੇ ਗੁਰੂ ਸਾਹਿਬ ਨੇ ਮਰਵਾਏ ਜਾਣ ਬੁੱਝ ਕੇ। ਉਹ ਸਾਲਸਰੇ ਜੋਹਰੀ ਦੇ ਮਨ ਉੱਪਰ ਇੰਨਾ ਅਸਰ ਹੋਇਆ ਕਿ ਦੁਨੀਆ ਤਾਂ ਹੱਥਾਂ 'ਤੇ ਹੱਥ ਮਾਰ ਕੇ, ਆ ਵੇਖੋ ਲੋਕ ATM ਮਸ਼ੀਨਾਂ ਹੀ ਚੁੱਕ ਕੇ ਲੈ ਜਾਂਦੇ ਨੇ, ਜੇਬਾਂ ਖਾਲੀ ਕਰ ਦਿੰਦੇ। ਅਤੇ ਬਹੁਤ ਚੋਰੀ ਹੈ, ਬਹੁਤ ਠੱਗੀ ਹੈ, ਬੜਾ ਛਲ ਹੈ। ਇਹ ਕਿਹੋ ਜਿਹੇ ਸੰਤ ਨੇ ਜਿਨ੍ਹਾਂ ਨੂੰ ਮੈਂ 100 ਰੁਪਈਆ ਦੇ ਰਿਹਾ ਅਤੇ ਉਹ ਪੈਸੇ ਲੈ ਨਹੀਂ ਰਹੇ। ਦੁਨੀਆ 'ਚ ਇਸ ਤਰ੍ਹਾਂ ਦਾ ਸੰਤ ਤਾਂ ਕੋਈ ਹੋ ਨਹੀਂ ਸਕਦਾ। ਕੋਈ ਪੂਰਨ ਮਹਾਂਪੁਰਖ ਹੋਣਗੇ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਕਹਿੰਦੇ ਭਾਈ ਸਾਹਿਬ ਤੂੰ ਮੈਨੂੰ ਦਰਸ਼ਨ ਕਰਾ। ਕਹਿੰਦੇ ਚੱਲ ਭਾਈ। ਜੌਹਰੀ ਨੇ ਸੋਚਿਆ ਕਿ ਖਾਲੀ ਹੱਥੀਂ ਜਾਣਾ ਮੁਨਾਸਬ ਨਹੀਂ, ਅਤੇ ਮੈਂ ਪ੍ਰਸ਼ਾਦਾ ਤਿਆਰ ਕਰਦਾ ਹਾਂ, ਅਤੇ ਜੇ ਮੈਂ ਰੋਟੀ ਪਕਾਉਣ ਲੱਗ ਪਿਆ, ਸਬਜ਼ੀ ਭਾਜੀ ਬਣਾਉਣ ਲੱਗਿਆ, ਕਿਤੇ ਸੰਤ ਉੱਠ ਕੇ ਨਾ ਚੱਲ ਜਾਣ। ਉਹਦਾ ਇੱਕ ਸੇਵਕ ਅਧਰਕਾ ਸੀ। ਅਧਰਕਾ ਕਹਿਣ ਲੱਗੇ, ਜਾ ਅਧਰਕਿਆ ਤੂੰ ਇਹ ਭਾਈ ਸਾਹਿਬ ਨਾਲ ਜਾ ਅਤੇ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਤੁਸੀਂ ਥੋੜ੍ਹਾ ਚਿਰ ਠਹਿਰੋ, ਅਤੇ ਸਾਲਸਰੇ ਜੌਹਰੀ ਤੁਹਾਡੇ ਦਰਸ਼ਨ ਕਰਨ ਆ ਰਿਹਾ। ਅਧਰਕੇ ਨੂੰ ਮਰਦਾਨੇ ਨਾਲ ਭੇਜਤਾ। ਉਹਦੇ ਨਾਲੋਂ ਜ਼ਿਆਦਾ ਭਾਵਨਾ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਬ੍ਰਹਮ ਗਿਆਨ ਬਖਸ਼ਤਾ, ਸਿਰ 'ਤੇ ਹੱਥ ਰੱਖਿਆ, ਉਹ 'ਤੇ ਪਹਿਲਾਂ ਕਿਰਪਾ ਕਰ ਦਿੱਤੀ। ਬਹੁਤ ਸੱਚੇ ਸੁੱਚੇ ਮਨ ਵਾਲਾ ਵੇਖਿਆ ਗੁਰੂ ਸਾਹਿਬ ਨੇ। ਫਿਰ ਸਾਲਸਰੇ ਜੌਹਰੀ ਨੇ ਭੋਜਨ ਦਾ ਥਾਲ ਪਰੋਸਿਆ, ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖਿਆ, ਅਤੇ ਗੁਰੂ ਸਾਹਿਬ ਮਰਦਾਨੇ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਆ ਲੈ ਤੂੰ ਦਾ ਪ੍ਰਸ਼ਾਦਾ ਛਕ, ਅਤੇ ਆਪਾਂ ਕੁਛ ਗੱਲਬਾਤ ਕਰੀਏ। ਕੋਈ ਆਇਆ ਹੈ, ਉਹਦੇ ਨਾਲ ਵਚਨ ਵਿਲਾਸ ਕਰਨ ਤੋਂ ਪਹਿਲਾਂ ਹੀ ਰੋਟੀ ਖਾਣ ਲੱਗ ਪਓ, ਚੰਗਾ ਨਹੀਂ ਲੱਗਦਾ। ਉਹਦਾ ਹਾਲ ਚਾਲ ਪੁੱਛਦੇ ਹਾਂ, ਉਹਦੀ ਭਾਵਨਾ ਦੇਖਦੇ ਹਾਂ। ਕਹਿੰਦਾ ਮਹਾਰਾਜ ਮੈਂ ਕੋਈ ਇੰਨਾ ਭੁੱਖਾ ਥੋੜ੍ਹਾ, ਤੁਸੀਂ ਪ੍ਰਸ਼ਾਦਾ ਛਕਿਆ ਨਹੀਂ, ਜਿਹਨੇ ਲਿਆਂਦਾ ਉਹਨੂੰ ਤੁਸੀਂ ਪ੍ਰਸ਼ਾਦ ਦਿੱਤਾ ਨਹੀਂ। ਕੋਈ ਪ੍ਰਸ਼ਾਦ ਲੈ ਕੇ ਆਏ ਅਤੇ ਪਹਿਲਾਂ ਲਿਆਉਣ ਵਾਲੇ ਨੂੰ ਵੀ ਦਈਦਾ ਹੈ, ਅਤੇ ਮੈਂ ਤਾਂ ਨਹੀਂ ਖਾਂਦਾ ਜੀ। ਮਹਾਰਾਜ ਕਹਿੰਦੇ ਗੁੱਸੇ ਕਿਉਂ ਹੋਣਾ, ਤੈਨੂੰ ਭੁੱਖ ਲੱਗੀ ਹੋਈ ਹੈ, 7 ਫੇਰੇ ਤੇਰੇ ਮਰਾਦ 'ਤੇ ਤੂੰ ਪਹਿਲਾਂ ਹੀ ਗੁੱਸੇ ਹੈ, ਅਤੇ ਹੁਣ ਪ੍ਰਸ਼ਾਦਾ ਆਇਆ ਤੂੰ ਛਕਦਾ ਕਿਉਂ ਨਹੀਂ ਹੈ। ਅਤੇ ਕਹਿੰਦਾ ਜੀ ਮੈਂ ਤਾਂ ਨਹੀਂ ਛਕਦਾ ਤੂੰ ਹੱਥੋਂ ਬਗੈਰ। ਮਹਾਰਾਜ ਕਹਿੰਦੇ ਚੰਗਾ ਇੰਝ ਕਰਦੇ ਹਾਂ, ਆਪਾਂ ਹਿੱਸੇ ਪਾ ਲੈਂਦੇ ਹਾਂ। ਲੈ ਮੇਰਾ ਹਿੱਸਾ ਤੂੰ ਪਹਿਲਾਂ ਕੱਢ ਦੇ, ਇਹਨਾਂ ਦੋਵਾਂ ਦੇ ਹਿੱਸੇ ਵੱਖਰੇ ਕਰ ਦੇ, ਤੂੰ ਆਪ ਦਾ ਹਿੱਸਾ ਆਪਣੇ ਭਾਈ ਬਾਲੇ ਦਾ ਵੱਖਰਾ ਹਿੱਸਾ ਕਰ ਦੇ, ਤੂੰ ਆਪ ਦਾ ਹਿੱਸਾ ਛਕ ਲਾ। ਕਹਿੰਦਾ ਜੀ 7 ਵਚਨ ਇੰਝ ਮੈਂ ਕਰ ਸਕਦਾ। ਇਉਂ ਭਾਈ ਮਰਦਾਨਾ ਜੀ ਨੂੰ ਸਾਹਿਬਾਂ ਨੇ ਭੋਜਨ ਛਕਾਇਆ, ਅਤੇ ਸਾਲਸਰੇ ਜੌਹਰੀ ਦੇ ਨਾਲ ਬਚਨ ਵਿਲਾਸ ਕੀਤੇ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਸ਼ਬਦ ਉਚਾਰਿਆ। ਉਹ ਰਾਗ ਆਰੰਭ ਦੇ ਵਿੱਚ ਹੀ ਹੈ, ਉਹ ਬਸਸ ਨਿਰਮਲ ਜਲ, ਅਤੇ ਇਉਂ ਦਾਦਰ ਤੂੰ ਕਭੇ ਨਾ ਜਾਣ ਸਰੇ, ਇਹ ਪੰਗਤੀਆਂ ਉਹਦੇ ਵਿੱਚ ਹਨ। ਆਰੰਭ ਤੋਂ ਮੈਨੂੰ ਖਿਆਲ ਭੁੱਲ ਗਿਆ। ਤੋ ਗੁਰੂ ਮਹਾਰਾਜ ਨੇ ਸ਼ਬਦ ਉਚਾਰ ਕੇ ਉਹਨੂੰ ਸ਼ੁਭ ਉਪਦੇਸ਼ ਬਖਸ਼ਿਆ, ਬ੍ਰਹਮ ਗਿਆਨ ਬਖਸ਼ਿਆ। ਆਖਿਆ ਜੌਹਰੀ ਤੇਰੇ ਨਾਲੋਂ ਤੇਰਾ ਸੇਵਕ ਜਿਹੜਾ ਅਧਰਕਾ ਹੈ ਉਹ ਵੱਧ ਕਿਰਪਾ ਵਾਲਾ ਹੈ, ਉਹਦੇ 'ਚ ਵੱਧ ਸ਼ਰਧਾ ਹੈ, ਅਤੇ ਤੂੰ ਭਾਵੇਂ ਮਾਲਕ ਹੈ, ਤੇਰੇ ਵਿੱਚ ਸ਼ਰਧਾ ਘੱਟ ਹੈ, ਫਿਰ ਵੀ
ਮੰਜੀ ਤਾਂ ਦੇਣੀ ਸੀ ਤੇਰੇ ਸੇਵਕ ਅਧਰਕੇ ਨੂੰ, ਗੁਰਸਿੱਖੀ ਪ੍ਰਚਾਰ ਦੀ, ਪਰ ਤੂੰ ਮਾਲਕ ਹੈ, ਇਸ ਲਈ ਪਹਿਲਾਂ ਤੈਨੂੰ ਮੰਜੀ ਬਖਸ਼ਦੇ ਹਾਂ। ਅਤੇ ਸਾਡਾ ਵਚਨ ਚੇਤੇ ਰੱਖੀ, ਆਪਦੇ ਧੀ ਪੁੱਤ ਨੂੰ ਮੰਜੀ ਨਾ ਦੇਈ। ਇਹ ਜਿਹੜੀ ਬਖਸ਼ਿਸ਼ ਤੈਨੂੰ ਦੇ ਰਹੇ ਹਾਂ, ਆਪ ਤੋਂ ਬਾਅਦ ਆਪਣੇ ਸੇਵਕ ਅਧਰਕੇ ਨੂੰ ਦੇਈ। ਕਹਿੰਦਾ ਮਹਾਰਾਜ ਸਤ ਬਚਨ ਜੀ, ਚੱਲੋ ਮੇਰੀ ਹਵੇਲੀ ਵਿੱਚ ਚਰਨ ਪਾਓ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਬਾਲਾ ਜੀ ਅਤੇ ਮਰਦਾਨਾ ਜੀ ਸਮੇਤ ਉਸ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਚਰਨ ਪਾਏ ਅਤੇ ਉਸ ਦੀ ਹਵੇਲੀ ਨੂੰ ਪਵਿੱਤਰ ਕੀਤਾ, ਜਿੱਥੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਾਲਾ ਅਸਥਾਨ ਹੈ। ਮੈਂ ਉਹਦੀ ਤੁਹਾਨੂੰ ਸਾਖੀ ਸੁਣਾ ਰਿਹਾ, ਤਖਤ ਦਾ ਇਤਿਹਾਸ ਸੁਣਾ ਰਿਹਾ। ਫਿਰ ਮਹਾਰਾਜ ਜਲਦੀ ਹੀ ਜਾਣ ਨੂੰ ਤਿਆਰ ਹੋ ਪਏ। ਸਾਹਿਬਾਂ ਦਾ ਸੁਭਾਅ ਸੀ ਇੱਕ ਜਗ੍ਹਾ 'ਤੇ ਬਹੁਤਾ ਚਿਰ ਨਹੀਂ ਸਨ ਰਹਿੰਦੇ। ਉਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਮਹੀਨਿਆਂ ਬੱਧੀ ਇੱਥੇ ਚਰਨ ਪਾਓ ਜੀ, ਸੰਸਾਰ ਨੂੰ ਉਤਾਰੋ, ਇੱਥੇ ਰਹੋ ਗੁਰੂ ਸਾਹਿਬ, ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰਾਂ। ਮਹਾਰਾਜ ਕਹਿੰਦੇ ਇੰਝ ਕਰ, ਇੱਥੇ ਧਰਮਸ਼ਾਲਾ ਬਣਾ ਅਤੇ ਸਾਰੇ ਮਿਲ ਕੇ ਕਥਾ ਕੀਰਤਨ ਕਰਿਆ ਕਰੋ, ਪ੍ਰਸ਼ਾਦ ਬਣਾ ਕੇ ਵੰਡਿਆ ਕਰੋ, ਆਏ ਗਏ ਨੂੰ ਲੰਗਰ ਪਾਣੀ ਛਕਾਇਆ ਕਰੋ। ਮੈਂ ਸੰਗਤ ਦੇ ਵਿੱਚ ਵੱਸਦਾ ਹਾਂ, ਜੋ ਸੰਗਤ ਦੀ ਸੇਵਾ ਸੰਗਤ ਦੇ ਮੂੰਹ 'ਚ ਪੈਂਦਾ ਉਹ ਮੇਰੇ ਮੂੰਹ 'ਚ ਪਏਗਾ। ਵਿੱਚ ਸੰਗਤ ਹਰ ਪਰ ਵਸਿਆ ਜੀਓ, ਪਰ ਮੈਂ ਇੱਕ ਜਗ੍ਹਾ 'ਤੇ ਰਹਿਣਾ ਪਸੰਦ ਨਹੀਂ ਕਰਦਾ। ਹੋਰ ਦੁਨੀਆ ਉੱਥੇ ਵੀ ਵਿਚਰ ਕੇ ਸੰਸਾਰ ਦਾ ਭਲਾ ਕਰਨਾ ਹੈ। ਅਤੇ ਤੇਰੇ ਨਾਲ ਵਾਅਦਾ ਰਿਹਾ ਕਿ ਇਹ ਜੋ ਤੇਰੀ ਭਾਵਨਾ ਹੈ ਅਸੀਂ 10ਵੇਂ ਸਰੂਪ ਵਿੱਚ ਪੂਰੀ ਕਰਾਂਗੇ। 10ਵੇਂ ਸਰੂਪ ਦੇ ਵਿੱਚ ਆਪ ਦਾ ਸਰੂਪ ਹੀ ਇੱਥੇ ਪ੍ਰਗਟ ਕਰਾਂਗੇ ਅਤੇ 5 ਸਾਲ ਲਗਾਤਾਰ ਇੱਥੇ ਰਹਿ ਕੇ ਸੰਸਾਰ ਦੀ ਕਲਿਆਣ ਕਰਾਂਗੇ। ਕਹਿੰਦਾ ਜੀ ਸਤ ਬਚਨ, ਪਰ ਮਹਾਰਾਜ ਤੁਸੀਂ ਦੱਸਿਆ ਹੀ ਨਹੀਂ ਵੀ ਇਹ ਲਾਲ ਜਿਹੜਾ ਹੈ ਇਹ ਹੈ ਕੀ। ਅਤੇ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਾ ਜੀ, ਇਹ ਸਾਲਸਰਾਏ ਜੌਹਰੀ ਜੀ, ਇਹ ਲਾਲ ਪੱਥਰ ਨਹੀਂ ਹੈ। ਇਹ ਸਾਲਸਰਾਏ ਜੌਹਰੀ ਤੂੰ ਪੱਥਰਾਂ ਦੀ ਕੀਮਤ ਪਾਉਣ ਵਿੱਚ ਆਪ ਦਾ ਸਮਾਂ ਗੁਜ਼ਾਰਿਆ ਹੈ। ਪੱਥਰਾਂ ਦੀ ਕੀਮਤ ਪਾਉਣੀ ਛੱਡ ਦੇ। ਜਿਹੜਾ ਹੀਰਾ ਲਾਲ ਅਮੋਲ ਹੈ ਭਾਰੀ, ਵਾਹਿਗੁਰੂ ਦਾ ਨਾਮ ਭਾਰੀ ਅਮੋਲਕ ਹੀਰੇ ਲਾਲ ਦੀ ਤਰ੍ਹਾਂ ਹੈ, ਉਹਦੀ ਕੀਮਤ ਪਾ। ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ ਗੁਰ ਸਾਧੂ ਦੇਖੋ ਤਾਂ ਰਤਨ ਬਿਕਾਨੋ ਲਾਖਾ। ਗੁਰੂ ਸਾਹਿਬ ਨੇ ਨਾਮ ਰੂਪੀ ਲਾਲ ਦੀ ਬਖਸ਼ਿਸ਼ ਕੀਤੀ। ਆਖਿਆ ਉਹ ਤੇਰੇ ਹਿਰਦੇ ਵਿੱਚ ਹੈ। ਆ ਜਿਹੜਾ ਲਾਲ ਹੈ ਇਹ ਨਾਮ ਦਾ ਲਾਲ ਹੈ, ਤਾਈਓ ਇਹਦੀ ਕੀਮਤ ਕੋਈ ਪਾ ਨਹੀਂ ਸਕਦਾ। ਆਖਿਆ ਮਰਦਾਨਾ ਜੀ, ਸੋ ਜਿਹੜਾ ਵਾਹਿਗੁਰੂ ਦਾ ਨਾਮ ਹੈ, ਮਹਾਰਾਜ ਦਾ ਕੀਰਤਨ ਹੈ, ਉਹ ਤੈਨੂੰ ਲਾਲ ਰੂਪ ਦੇ ਵਿੱਚ ਆਪਾਂ ਪਹਿਲਾਂ ਹੀ ਬਖਸ਼ਿਆ ਹੋਇਆ ਹੈ ਅਤੇ ਤੂੰ ਲਾਲਚ ਨੂੰ ਤਿਆਗ ਦੇ। ਇਸ ਵਾਸਤੇ ਸਹਿ ਫਰਮਾਉਂਦੇ ਨੇ, ਜਿਵੇਂ ਸਾਲਸਰਾਏ ਜੌਹਰੀ ਨੂੰ ਮਹਾਰਾਜ ਨੇ ਨਾਮ ਦੇ ਲਾਲ ਦੇ ਦਰਸ਼ਨ ਕਰਾਏ, ਭਾਈ ਮਰਦਾਨਾ ਜੀ ਨੂੰ ਦਰਸ਼ਨ ਕਰਵਾਏ, ਇੰਝ ਹੀ ਗੁਰੂ ਸਾਹਿਬ ਫਰਮਾਉਂਦੇ ਹਨ। ਖੋਜਤਾ ਲਾਲ ਇੱਕ ਪਾਇਆ। ਖੋਜਦਿਆਂ ਖੋਜਦਿਆਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਰੂਪੀ ਲਾਲ, ਬੇਕੀਮਤਾ ਬ੍ਰਹਮ ਰੂਪੀ ਲਾਲ ਪਾਇਆ ਹੈ। ਹਰ ਕੀਮਤ ਕਹਿਣ ਨ ਜਾਈ ਸੰਤਾ ਹੋ। ਪਰੰਤੂ ਹੇ ਸ਼ਾਂਤ ਆਤਮਾ ਵਾਲੇ ਪੁਰਖੋ, ਉਸ ਹਰੀ ਪਰਮੇਸ਼ਰ ਦੇ ਪ੍ਰੇਮ ਦੀ ਕਦਰੋ ਕੀਮਤ ਕਿਸੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ। ਚਰਨ ਕਮਲ ਸਿਉ ਲਾਗੋ ਧਿਆਨਾ। ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜਾਂ ਚਰਨ ਪੂਜਨੀਕ ਕਵਲਵਤ ਪ੍ਰਕਾਸ਼ਮੈ ਸਰੂਪ ਦੇ ਵਿੱਚ ਧਿਆਨ ਲੱਗ ਗਿਆ ਹੈ। ਸਾਚੈ ਦਰਸ ਸਮਾਈ ਸੰਤਾ ਹੋ। ਇਹ ਸ਼ਾਂਤ ਆਤਮਾ ਵਾਲੇ ਪੁਰਖੋ, ਉਹਨਾਂ ਦੀ ਬਿਰਤੀ ਸੱਚੇ ਅਕਾਲ ਪੁਰਖ ਦੇ ਦਰਸ਼ਨ ਵਿੱਚ ਸਮਾ ਗਈ, ਲੀਨ ਹੋ ਗਈ ਹੈ। ਗੁਣ ਗਾਵਤ ਭਏ ਨਿਹਲਾ। ਜਿਹੜੇ ਗੁਰਾਂ ਦੁਆਰਾ ਗਾਉਣੇ ਯੋਗ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਜਾਂ ਗਾਉਣੇ ਯੋਗ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ, ਉਹ ਗੁਣਾਂ ਨੂੰ ਗਾਉਣੇ ਕਰਕੇ ਹਾਲਾ ਦੁੱਖਾਂ ਤੋਂ ਨੇ ਰਹਿਤ ਹੋ ਗਏ, ਆਨੰਦਿਤ ਹੋ ਗਏ ਹਨ। ਹਰ ਸਿਮਰਤ ਤ੍ਰਿਪਤ ਅਗਾਈ ਸੰਤਾ ਹੋ। ਅਤੇ ਹੇ ਸ਼ਾਂਤ ਆਤਮਾ ਵਾਲੇ ਪੁਰਖੋ,
ਉਹ ਹਰੀ ਪਰਮੇਸ਼ਰ ਦੇ ਸਿਮਰਨ ਦੁਆਰਾ ਆਤਮਿਕ ਤ੍ਰਿਪਤੀ ਕਰਕੇ ਰੱਜ ਗਏ ਹਨ। ਆਤਮ ਰਾਮ ਰਵਿਆ ਸਭ ਅੰਤਰ, ਸਾਰਿਆਂ ਦਾ ਆਪਣਾ ਆਪ ਰੂਪ ਸਾਖੀ ਚੇਤਨ ਪਰਮੇਸ਼ਰ ਸਾਰਿਆਂ ਦੇ ਅੰਦਰ ਵਿਆਪਕ ਹੈ। ਕਤ ਆਵੈ ਕਤ ਜਾਈ ਸੰਤਹੁ, ਇਹ ਸ਼ਾਂਤ ਆਤਮਾ ਵਾਲੇ ਪੁਰਖੋ ਜਦ ਗੁਰਾਂ ਦੁਆਰਾ ਉਹਦੇ ਨਾਮ ਨੂੰ ਉਚਾਰਨ ਕੀਤਾ ਤਾਂ ਸਾਰਿਆਂ ਦੇ ਅੰਦਰ ਉਹੀ ਪ੍ਰਗਟ ਹੋ ਗਿਆ। ਇਸ ਲਈ ਉਹਦੇ ਸਰੂਪ 'ਚ ਮਿਲ ਕੇ ਕਿੱਥੇ ਜਨਮ ਧਾਰ ਕੇ ਆਉਣਾ ਅਤੇ ਕਿੱਥੇ ਮਰ ਕੇ ਜਾਣਾ, ਪਾਪ ਜੰਮਣ ਮਰਨ ਤੋਂ ਰਹਿਤ ਹੋ ਗਏ ਹਾਂ। ਆਦ ਜੁਗਾਦੀ ਹੈ ਪੀ ਹੋਸੀ, ਜਗਤ ਦੇ ਮੁੱਢ ਵਿੱਚ ਵੀ ਪਰਮੇਸ਼ਰ ਵਿਆਪਕ ਸੀ, ਯੁਗਾਂ ਆਦਿ ਮਰਯਾਦਾ ਬਣਾਉਣ ਤੋਂ ਪਹਿਲਾਂ ਵੀ ਵਿਆਪਕ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਵਿਆਪਕ ਹੈ। ਪਿੱਛੇ ਹੋਸੀ, ਪਿੱਛੇ ਭੀ ਹੋਸੀ, ਪਿੱਛੇ ਭੂਤਕਾਲ ਦੇ ਵਿੱਚ ਵੀ ਉਹ ਵਿਆਪਕ ਸੀ ਅਤੇ ਹੋਸੀ ਅੱਗੇ ਭਵਿੱਖਤ ਵਿੱਚ ਵੀ ਵਿਆਪਕ ਹੋਸੀ ਹੋਵੇਗਾ। ਸਭ ਜੀਆਂ ਕਾ ਸੁਖਦਾਈ ਸੰਤਹੁ, ਉਹਨਾਂ ਹੀ ਸ਼ਾਂਤ ਆਤਮਾ ਵਾਲੇ ਪੁਰਖੋ ਉਸ ਨੂੰ ਸਾਰਿਆਂ ਦੇ ਹਿਰਦਿਆਂ ਦਾ ਸੁਖਦਾਇਕ ਜਾਣਨਾ ਕਰੋ। ਅੰਤਰ ਆਪ ਬੇਅੰਤ ਅੰਤ ਨਹੀਂ ਪਾਈਐ, ਉਹ ਪਰਮੇਸ਼ਰ ਆਪਣਾ ਆਪ ਅਤੇ ਅਨੰਤ ਸਰੂਪ ਹੈ। ਉਸ ਦੇ ਸਰੂਪ ਦਾ ਬ੍ਰਹਮਾ ਆਦਿ ਕਿਸੇ ਪਾਸੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨ ਅੰਤ ਸਦਾ ਬੇਅੰਤ, ਕਹੋ ਨਾਨਕ ਊਚੋ ਊਚਾ। ਪੂਰ ਰਹਿਆ ਸਭ ਠਾਈ ਸੰਤਹੁ, ਇਹ ਸ਼ਾਂਤ ਆਤਮਾ ਵਾਲੇ ਪੁਰਖੋ ਸਾਰੀਆਂ ਥਾਵਾਂ 'ਤੇ ਪਰਿਪੂਰਨ ਵਿਆਪਕ ਹੋ ਰਿਹਾ ਹੈ। ਮੀਤ ਸਾਜਨ ਮਾਲ ਜੋਬਨ ਸੁਤ, ਸੋ ਜੋ ਮੀਤ ਮਿੱਤਰ ਸਾਜਨ ਸੱਜਣਾ ਪਿਆਰੇ ਬੇਲੀਆਂ ਮਾਲ ਧਨ ਪਦਾਰਥ ਜਾਂ ਹਾਥੀ ਘੋੜੇ ਆਦਿਕ ਜੋਬਨ ਜਵਾਨੀ ਅਤੇ ਸੁੱਤ ਪੁੱਤਰ ਦੀ ਥਾਂ। ਹਰ ਨਾਨਕ ਬਾਪ ਮੇਰੀ ਮਾਈ ਸੰਤਹੁ, ਸਤਿਗੁਰੂ ਜੀ ਕਥਨ ਕਰਦੇ ਕਿ ਇਹ ਸ਼ਾਂਤ ਆਤਮਾ ਵਾਲੇ ਪੁਰਖੋ ਪਿਤਾ ਮਾਤਾ ਮਿੱਤਰ ਸੱਜਣ ਬੇਲੀ ਧਨ ਪਦਾਰਥ ਜਵਾਨੀ ਅਤੇ ਪੁੱਤਰ ਦੀ ਥਾਂ ਅਤੇ ਮਾਂ ਦੀ ਥਾਂ ਇਤਿਆਦਿ ਸਭ ਕੁਝ ਮੇਰਾ ਹਰੀ ਪਰਮੇਸ਼ਰ ਹੀ ਹੈ, ਅਕਾਲ ਪੁਰਖ ਵਾਹਿਗੁਰੂ ਹੀ ਹੈ। ਮੀਤ ਸਾਜਨ ਸੁਤ ਬੰਧਵ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਂ ਪਿਓ ਮਿੱਤਰ ਸੱਜਣ ਦੋਸਤ ਇਹ ਔਖੀ ਵੇਲੇ ਸਹਾਇਤਾ ਨਹੀਂ ਕਰ ਸਕਦੇ। ਮਤਲਬ ਜਦ ਯਮ ਆ ਕੇ ਪਕੜਦਾ ਹੈ ਉਦੋਂ ਤਾਂ ਫਿਰ ਗੁਰੂ ਸਾਹਿਬ ਹੀ ਮਾਂ ਫੜਦਾ ਹੈ। ਤੋ ਜੰਮਣ ਤੋਂ ਪਹਿਲਾਂ ਵੀ ਮਹਾਰਾਜ ਰਾਖਾ ਅਤੇ ਮਰਨ ਤੋਂ ਬਾਅਦ ਵੀ ਉਹੀ ਰਾਖਾ ਹੋਏਗਾ। ਅਤੇ ਇਸ ਲਈ ਇਹ ਤਾਂ ਦੁਨੀਆ ਦੇ ਵਿੱਚ ਮਾਇਆ ਦੇ ਸੰਬੰਧ ਹਨ ਜਾਂ ਕਰਮਾਂ ਦੇ ਸੰਬੰਧ ਹਨ, ਜਾਂ ਸੰਬੰਧੀ ਪਤਾ ਨਹੀਂ ਕਿੱਥੇ ਦੀ ਕਿੱਥੇ ਹਨ, ਆਪਾਂ ਕਿਤੇ ਹਾਂ। ਤੋ ਇੱਕ ਵਾਹਿਗੁਰੂ ਅਕਾਲ ਪੁਰਖ ਹੀ ਅਸਲ ਸੰਬੰਧੀ ਦੀ ਤਰ੍ਹਾਂ ਹੈ। ਇਸੇ ਪ੍ਰਕਾਰ ਮੀਤ ਸਾਜਨ ਮਾਲ ਜੋਬਨ ਸੁਤਾ, ਮਿੱਤਰ ਦੀ ਤਰ੍ਹਾਂ ਹੈ ਵੈਰਾਗ ਤੇ ਵਿਵੇਕ ਖਟ ਸੰਮਤੀ ਮਮੋਗ ਇੱਛਾ। ਸੱਜਣ ਦੀ ਤਰ੍ਹਾਂ ਹੈ ਸ਼ਰਵਣ ਮਨਨ ਨਿਦਾਸਨ ਤੇ ਦੇਵੀ ਸੰਪਦਾ ਰੂਪੀ ਹੈ ਮਾਲ। ਸ਼ੌਂਕ ਅਵਸਥਾ ਰੂਪੀ ਜਵਾਨੀ ਗਿਆਨ ਰੂਪੀ ਪੁੱਤਰ ਹੈ। ਅਤੇ ਹਰ ਨਾਨਕ ਬਾਪ ਮੇਰੀ ਮਾਈ ਸੰਤਹੁ, ਸੰਤੋਖ ਰੂਪੀ ਪਿਤਾ ਖਿਮਾ ਰੂਪੀ ਮਾਤਾ। ਇਹ ਤਿਆਗ ਸਾਰਾ ਕੁਝ ਸਾਡਾ ਤਾਂ ਹੀ ਸੰਤ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਹੈ। ਰਾਮ ਕਾਲੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਾਮ ਕਲੀ ਰਾਗ 'ਚ ਬਖਸ਼ਿਸ਼ਾਂ ਕਰ ਰਹੇ ਹਨ। ਮਨ ਬਚ ਕਰਮ ਰਾਮ ਨਾਮ ਚਿਤਾਰੀ, ਹੇ ਪਾਰਸੀ ਮਨ ਹਿਰਦੇ ਬਚ ਬਚਨ ਤੇ ਕਰਮ ਕਰਮਾ ਸਰੀਰ ਕਰੇ ਰੰਤੀ ਸਦਮ ਆਤਮਾ ਦੇ ਨਾਮ ਹੀ ਤੇ ਕਰਦੇ ਹਾਂ। ਘੂਮ
ਮਨ ਕੇਰ ਮਹਾਯਤ ਕਰੀ। ਤਿੰਨਾਂ ਗੁਣਾਂ ਦੀ ਜਾਂ ਤਿੰਨੇ ਅਵਸਥਾ ਜਾਗਰਤ ਸੁਪਨ ਸੁਖੋਬਤ ਜਾਂ ਅਵਿਦਿਆ ਰੂਪੀ ਘੁੰਮਣ ਘਿਰੀ ਅਤਿਸ਼ੇ ਕਰਕੇ ਬਹੁਤ ਕਠਿਨ ਭਿਆਨਕ ਹੈ। ਗੁਰਮੁਖ ਨਾਨਕ ਪਾਰੇ ਉਤਾਰੀ। ਸਤਿਗੁਰੂ ਜੀ ਕਥਨ ਕਰਦੇ ਕਿ ਉਸ ਘੁੰਮਣ ਘੇਰੀ ਤੋਂ ਮੁਖੀ ਗੁਰਾਂ ਨੇ ਪਾਰ ਉਤਾਰ ਦਿੱਤਾ ਹੈ। ਜਾਂ ਇਸੇ ਪ੍ਰਕਾਰ ਗੁਰਮੁਖ ਨਾਨਕ ਪਾਰੇ ਉਤਾਰੀ। ਗੁਰਮੁਖ ਜਨਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਸੰਸਾਰ ਸਮੁੰਦਰ ਤੋਂ ਪਰਲੇ ਮੁਕਤੀ ਦੇ ਕਿਨਾਰੇ ਤੇ ਉਤਾਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਅੰਤਰ ਸੁਖਾਂ ਬਾਹਰ ਸੁਖਾਂ। ਹੁਣ ਹਿਰਦੇ ਵਿੱਚ ਵੀ ਸੁਖ ਪ੍ਰਾਪਤ ਹੋਇਆ ਹੈ ਤੇ ਬਾਹਰ ਸੰਸਾਰ ਵਿੱਚ ਵੀ ਸੁਖ ਦੇ ਸਹਿਤ ਹੋਏ ਹਾਂ। ਜਿਸ ਦਾ ਮਨ ਦੁਖੀ ਹੈ ਉਹਦੇ ਭਾਣੇ ਜੱਗ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਸੋ ਸੁਖੀਏ ਕੇ ਸੁਖੀਏ ਕੋ ਪੇਖੈ ਸਭ ਸੁਖੀਆ। ਸੋਰਠ ਮਹੱਲਾ ਪੰਜਵਾ। ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਰੋਗੀ ਦੇ ਭਾਣੇ ਸਾਰੇ ਰੋਗੀ ਨੇ, ਸੁਖੀ ਦੇ ਭਾਣੇ ਸਾਰੇ। ਜੇ ਆਪ ਦਾ ਮਨ ਸੁਖੀ ਹੈ ਤੇ ਬਾਹਰ ਵੀ ਸੁਖੀ ਹੈ। ਹਰ ਜਪ ਮਲਨ ਭਏ ਦੁਸਟਾਰੀ। ਹਰੀ ਪ੍ਰਮਾਤਮਾ ਦਾ ਨਾਮ ਜਪ ਕੇ ਦੁਸ਼ਟ ਸੁਭਾਅ ਵਾਲੇ ਕਾਮ ਕ੍ਰੋਧ ਆਦਿਕ ਵਿਕਾਰ ਮਲੇ ਗਏ, ਪਾਪ ਨਿਵਰਤ ਹੋ ਗਏ। ਜਾਂ ਮਲੀਨ ਅਤੇ ਦੁਸ਼ਟ ਸੁਭਾਅ ਵਾਲੇ ਮਨੁੱਖ ਵੀ ਹਰੀ ਦਾ ਜਾਪ ਕਰਕੇ ਸੁਖੀ ਹੋ ਗਏ ਹਨ। ਜਿਸ ਤੇ ਲਾਗੇ ਤਿਨੈ ਨਵਾਰੇ। ਜਿਸ ਵਾਹਿਗੁਰੂ ਦੇ ਅਗਿਆਨ ਤੋਂ ਹੀ ਵਿਕਾਰ ਲੱਗੇ ਸਨ, ਉਸੇ ਵਾਹਿਗੁਰੂ ਨੇ ਆਪਣੇ ਸਰੂਪ ਦਾ ਗਿਆਨ ਦੇ ਕੇ ਨਿਵਰਤ ਕੀਤੇ ਹਨ। ਪ੍ਰਭ ਜੀਓ ਆਪਣੀ ਕਿਰਪਾ ਤਾਰੀ। ਪ੍ਰਭੂ ਜੀ ਨੇ ਸਾਡੇ ਤੇ ਆਪ ਹੀ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ। ਉਦਰੇ ਸੰਤ ਭਰੇ ਹਰ ਸਰਣੀ। ਜੋ ਪ੍ਰਭੂ ਦੀ ਓਟ ਵਿੱਚ ਪਏ ਨੇ ਉਹ ਸ਼ਾਂਤ ਚਿਤ ਮਹਾਤਮਾ ਜਨ ਇਹਨਾਂ ਦੁਸ਼ਟ ਵਿਕਾਰਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਵਜ ਬਿਨਸੇ ਮਹਾ ਅਹੰਕਾਰੀ। ਅਤੇ ਬਹੁਤ ਅਭਿਮਾਨ ਦੇ ਸਹਿਤ ਰਹਿਣ ਵਾਲੇ ਜੀਵ ਵਿਸ਼ਿਆਂ ਵਿੱਚ ਖਚਤ ਹੋ ਕੇ ਨਾਸ਼ ਹੋ ਗਏ ਹਨ। ਸਾਧੂ ਸੰਗਤ ਹੋ ਫਲ ਪਾਇਆ। ਉਹਨਾਂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚੋਂ ਇਹ ਆਤਮਾ ਆਨੰਦ ਰੂਪੀ ਫਲ ਪਾਇਆ ਜਾਂਦਾ ਹੈ। ਇੱਕ ਕੇਵਲ ਨਾਮ ਆਧਾਰੀ। ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੁੰਦਾ ਹੈ। ਨਾ ਕੋਈ ਸੂਰ ਨਾ ਕੋਈ ਹੀਣਾ। ਉਹਨਾਂ ਦਾ ਐਸਾ ਨਿਸ਼ਚਾ ਬਣ ਜਾਂਦਾ ਹੈ ਕਿ ਇਹ ਪ੍ਰਮਾਤਮਾ ਨਾ ਹੀ ਕੋਈ ਸੂਰਮਾ ਕਿਹਾ ਜਾ ਸਕਦਾ ਤੇ ਨਾ ਹੀ ਕੋਈ ਬਲ ਤੋਂ ਹੀਣਾ ਪਾਪ ਕਮਜ਼ੋਰ ਜਿਹਾ ਕਿਹਾ ਜਾ ਸਕਦਾ। ਮੈਂ ਦੋ ਸੰਤਾਂ ਦੇ ਦਰਸ਼ਨ ਕੀਤੇ ਜਿਹੜੇ ਪੂਰਨ ਬ੍ਰਹਮ ਗਿਆਨੀ। ਇੱਕ ਤਾਂ ਆਪ ਦੇ ਸਾਹਮਣੇ ਆਉਂਦੇ ਰਹੇ ਹੰਸਾਲੀ ਵਾਲੇ ਬਾਬਾ ਜੀ, ਇੱਕ ਬਾਬਾ ਠਾਕੁਰ ਸੋਹ ਸਿੰਘ ਜੀ। 90 ਸਾਲ ਦੇ ਬਜ਼ੁਰਗ ਸਨ ਅਤੇ ਬਾਂਹ ਫੜ ਕੇ ਤੁਰਨਾ ਉਹਨਾਂ। ਅਤੇ ਜਦੋਂ ਉਠਾਉਣਾ ਤਾਂ ਆਪ ਫੜ ਕੇ ਉਠਾਉਣਾ, ਮੋਢਿਆਂ ਤੋਂ ਫੜ ਕੇ। ਗੁਰਦੁਆਰੇ ਆਉਣਾ, ਕਹਿਣਾ ਮੇਰਾ ਹੱਥ ਛੱਡ ਦਿਓ। ਲੋਕ ਕੀ ਕਹਿਣਗੇ ਵੀ ਟਕਸਾਲ ਦਾ ਮੁਖੀ ਵੇਖੋ ਹੈ ਅਤੇ ਇੰਨਾ ਬਜ਼ੁਰਗ ਹੈ। ਇਉਂ ਕਈ ਵਾਰ ਹਾਸੇ ਨਾਲ ਬਚਨ ਕਰਨਾ। ਅਤੇ ਜਿਹਨੇ ਮੈਨੂੰ ਕਹਿਣਾ ਵੀ ਬਾਬਾ ਜੀ ਬੁੱਢੇ ਹੋ ਗਏ, ਮੈਂ ਨਾ ਖਬਰਦਾਰ ਚੁੱਪ ਕਰ ਜਾ। ਬੁੱਢਾ ਮੈਨੂੰ ਤੂੰ ਕਹਿ ਸਕਦਾ? ਤੁਸੀਂ ਦੱਸੋ, ਜਿਹੜਾ ਬੰਦਾ 1 ਵਜੇ ਉੱਠ ਕੇ ਨਹਾ ਲੈਂਦਾ ਅਤੇ 6 ਵਜੇ ਤੱਕ ਆਪਦਾ ਪੂਰਾ ਗੁਟਕੇ ਦਾ ਗੁਟਕਾ ਐਨਕਾਂ ਲਾ ਕੇ ਨਿਤਨੇਮ ਕਰ ਲੈਂਦਾ ਅਤੇ 3-3 4-4 ਵਾਰ 5 ਗ੍ਰੰਥੀ ਸੁਖਮਨੀ ਸਾਹਿਬ ਦੇ ਕਈ ਪਾਠ ਸੁਣਦਾ, ਉਹ ਕਿੱਧਰ ਦਾ ਬੁੱਢਾ ਦੱਸੋ ਮੈਨੂੰ ਬਾਈ। ਸਾਡੇ ਕੋਲ 4 ਬੱਚੇ ਸਾਹਮਣੇ ਔਖੇ 500 ਬੱਚੇ ਦੀ ਪਰਵਿਸ਼ ਕਰ ਰਿਹਾ ਹੈ। ਬੁੱਢਾ ਤਾਂ ਨਹੀਂ ਹੋ ਸਕਦਾ। ਮੈਂ ਅੱਖਾਂ ਨਾਲ ਵੇਖਿਆ ਵੀ ਉਹਨਾਂ ਨੂੰ ਕਦੀ ਥਕਾਵਟ ਨਹੀਂ ਸੀ ਹੁੰਦੀ। 550 ਪੌੜੀਆਂ ਮੇਰੇ ਰੋਕਣ ਦੇ ਬਾਵਜੂਦ ਚੜ੍ਹੀਆਂ। ਬਿਦਰ ਗੁਰਦੁਆਰਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀ ਗੱਲ ਹੈ। ਮੁੰਡੇ ਕਹਿੰਦੇ ਵੀ ਤੰਬੂ ਲਾ ਕੇ ਮਹਾਰਾਜ ਥੱਲੇ ਲੈ ਆਉਣਾ ਜੀ, ਸ਼ਾਮਾਂ ਨੂੰ ਆਪ ਉਡੀਕ ਕਰੋ, ਹੇਠਾਂ ਆਸਣ ਲਾਓ। ਕਹਿੰਦੇ ਨਹੀਂ, ਉੱਪਰਲੀ ਮੰਜ਼ਿਲ ਜਿੱਥੇ ਪ੍ਰਕਾਸ਼ ਉੱਥੇ ਲੈ ਕੇ ਜਾਓ। ਅਤੇ ਮੈਂ ਸੋਚਿਆ ਵੀ ਮੈਨੂੰ ਸਮਾਂ ਮਿਲਦਾ ਕਥਾ ਦਾ। ਕਹਿੰਦੇ ਨਹੀਂ, ਕੀਰਤਨ 4 ਘੰਟੇ ਕੀਰਤਨ ਸੁਣਿਆ।
ਕਹਿੰਦੇ ਹੁਣ ਮੇਰੀ ਸਾਰੀ ਥਕਾਵਟ ਲੈ ਗਈ। ਤੋ ਬਾਣੀ ਸੁਣਦਿਆਂ 550 ਪੌੜੀਆਂ ਤੁਰ ਕੇ ਚੜ੍ਹ ਗਏ, ਲਿਫਟ ਨਹੀਂ ਸੀ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਬੁੱਢਾ ਬੰਦਾ ਤਾਂ ਉਹ ਹੈ ਜਿਹੜਾ ਸਵਖਤੇ ਨਹੀਂ ਉੱਠਦਾ, ਨਿਤਨੇਮ ਨਹੀਂ ਕਰਦਾ, ਸੇਵਾ ਨਹੀਂ ਕਰਦਾ, ਆਲਸ ਮਾਰਦਾ ਹੈ ਚੰਗੇ ਪਾਸੇ ਵੱਲੋਂ। ਤੋ ਇਸ ਵਾਸਤੇ ਗੁਰਦੁਆਰੇ ਦੇ ਵਿੱਚ ਜੇ ਤੁਸੀਂ ਕਹੋਗੇ ਵੀ ਫਲਾਣਾ ਸੂਰਮਾ, ਸਰੀਰ ਕਰਕੇ ਕੋਈ ਪਹਿਲਵਾਨ ਜਾਂ ਸੂਰਮਾ ਨਹੀਂ ਜੇ, ਅਤੇ ਨਾ ਹੀ ਕੋਈ ਹੈਂਡੀਕੈਪ ਤੁਸੀਂ ਕਹਿ ਸਕਦੇ ਹੋ। ਅੱਖਾਂ ਤੋਂ ਮੁਨਾਖਾ ਵੀ ਨਹੀਂ ਤੁਸੀਂ ਕਹਿ ਸਕਦੇ। ਰਾਗੀ ਭਾਈ ਲਖਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ, ਵੇਖੋ ਕਿਆ ਸੋਹਣਾ ਕੀਰਤਨ ਗਾਉਂਦੇ ਨੇ। ਕੋਈ ਹੀਣਾ ਨਹੀਂ ਤੁਸੀਂ ਕਹਿ ਸਕਦੇ, ਇਹ ਬਿਲਕੁਲ ਗਲਤ ਗੱਲ ਜੇ। ਕੋਈ ਸਰੀਰ ਪੱਖੋਂ ਵੇਖ ਕੇ ਨਹੀਂ ਤੁਸੀਂ ਅੰਦਾਜ਼ਾ ਲਾ ਸਕਦੇ। ਜਿਹਦੇ 'ਤੇ ਰੱਬ ਦੀ ਕਿਰਪਾ ਹੈ ਉਹ ਸਮਝ ਲਓ ਸੂਰਮਾ ਹੈ, ਬਲਵਾਨ ਹੈ। ਸਭ ਪ੍ਰਗਟੀ ਜੋਤ ਤੁਮਾਰੀ, ਸਾਰੇ ਪਾਸੇ ਹੀ ਵਾਹਿਗੁਰੂ ਤੇਰੀ ਜੋਤ ਚੇਤਨ ਸੱਤਾ ਉਜਾਗਰ ਹੋ ਰਹੀ ਹੈ। ਤੁਮ ਸਮਰੱਥ ਅਕਾਤ ਗੋਚਰ, हे ਪ੍ਰਮਾਤਮਾ ਤੂੰ ਸਰਬ ਸ਼ਕਤੀਵਾਨ ਹੈ। ਸੰਤ ਤਾਂ ਫਿਰ ਵੀ ਸੰਤ ਹੈ, ਸਿੱਖ ਤਾਂ ਫਿਰ ਵੀ ਸਿੱਖ ਹੈ। ਛੋਟੀ ਜੀ ਕੀੜੀ ਜਿਹੜੀ ਤੁਸੀਂ ਕਮਜ਼ੋਰ ਜਾਣਦੇ ਹੋ, ਫੂਕ ਮਾਰ ਕੇ ਉਡਾ ਦਿੰਦੇ ਹੋ। ਗੁਰੂ ਅਰਜਨ ਦੇਵ ਨੇ ਸੁਖਮਨੀ ਸਾਹਿਬ 'ਚ ਪੰਕਤੀ ਲਿਖੀ ਹੈ ਕਿ ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਲੱਖਾਂ ਦੇ ਕਰੋੜਾਂ ਲਾਮ ਲਸ਼ਕਰ ਛੋਟੀ ਜੀ ਕੀੜੀ ਸਾੜ ਕੇ ਸਵਾਹ ਕਰ ਸਕਦੀ ਹੈ ਜੇ ਰੱਬ ਉਹਦੀ ਚਾਵਦੀ ਸ਼ਕਤੀ ਰੱਖ ਦੇਵੇ। ਏਡਾ ਉਹ ਸਰਬ ਸ਼ਕਤੀਮਾਨ ਹੈ। ਰਮਿਆ ਏਕ ਮੁਰਾਰੀ, ਉਹੀ ਵਾਹਿਗੁਰੂ ਚੀਟੀ ਤੇ ਕੁੰਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰੇ ਘਟਾ ਘਟਾਂ 'ਚ ਵਿਆਪਕ ਮਿਲ ਰਿਹਾ ਹੈ। ਕੀਮਤ ਕੌਣ ਕਰੇ ਤੇਰੀ ਕਰਤੇ, ਇਹ ਕਰਤਾ ਪੁਰਖ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਤੇਰੀ ਪ੍ਰਾਪਤੀ ਦੀ ਕੀਮਤ ਨੂੰ ਕੌਣ ਕਰ ਸਕਦਾ ਹੈ। ਪ੍ਰਭ ਅੰਤ ਨ ਬਾਰੀ, ਇਹ ਪਰਮਾਤਮਾ ਤੇਰੇ ਪਾਰ ਉਤਾਰਦਾ, ਪਾਰ ਉਰਾਰਦਾ ਕੋਈ ਅੰਤ ਨਹੀਂ, ਅਖੀਰ ਨਹੀਂ ਹੈ। ਨਾਮ ਦਾਨ ਨਾਨਕ ਵਡਿਆਈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਸਾਨੂੰ ਤਾਂ ਤੇਰੇ ਨਾਮ ਦੀ ਵਡਿਆਈ ਸ਼ੋਭਾ ਦਾ ਦਾਨ, ਤੇਰੇ ਅਸੰਤ ਜਨਾਰੇ ਨਾਰੀ, ਅਤੇ ਹੇ ਵਾਹਿਗੁਰੂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਵੇ। ਅਸੀਂ ਤਾਂ ਤੇਰੇ ਨਾਮ ਦਾ ਦਾਨ, ਤੇਰੇ ਨਾਮ ਦੀ ਵਡਿਆਈ ਸ਼ੋਭਾ ਅਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਹੀ ਚਾਹੁੰਦੇ ਹਾਂ, ਜਿਹਦੇ ਨਾਲ ਕਿ ਸਾਡੀ ਕਲਿਆਣ, ਸਾਡਾ ਭਲਾ ਹੋਵੇ ਜੀ। ਅੰਤਰਜਾਮੀ ਪੁਰਖ ਵਿਧਾਤੇ, ਕਈ ਕਹਿੰਦੇ ਆਪਾਂ ਤਾਂ ਨਹੀਂ ਮੰਨਦੇ ਸੰਤਾਂ ਨੂੰ, ਆ ਜਿਹੜੇ ਪੜ੍ਹੇ ਲਿਖੇ ਨੇ ਨਾ ਸ਼ਹਿਰੀਏ, ਅਖੇ ਜੀ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਮੈਂ ਨਮਸਕਾਰ ਕਰਦਾ, ਮੁਬਾਰਕ ਹੈ ਉਹਨਾਂ ਲੋਕਾਂ ਨੂੰ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਅਤੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਪੜ੍ਹੋ ਭਾਈ। ਰੁਮਾਲਾ ਤਾਂ ਕਦੀ ਲਾ ਕੇ ਆਪਾਂ ਕੀਰਤਨ ਸੋਹਲਾ ਨਹੀਂ ਪੜ੍ਹਿਆ। ਜੇ ਪੜ੍ਹਿਆ ਹੋਵੇ ਤਾਂ ਕਦੀ ਇਹ ਗੱਲ ਨਾ ਆਖੀਏ ਵੀ ਆਪਾਂ ਸੰਤਾਂ ਨੂੰ ਨਹੀਂ ਮੰਨਦੇ ਜੀ, ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿ ਰਿਹਾ ਹੈ, ਗੁਰੂ ਨਾਨਕ ਸਾਹਿਬ ਦੀ ਰਸਨਾ ਹੈ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰੇ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸੰਗਤ ਨਾਲ ਹੀ ਸੋਭਦਾ। ਏਡਾ ਵੱਡਾ ਗੁਰਦੁਆਰਾ ਜੇ ਇਕੱਲਾ ਹੀ ਮਹਾਰਾਜ, ਸੰਗਤ ਹੋਵੇ ਹੀ ਨਾ, ਦੱਸੋ ਗੁਰਦੁਆਰੇ ਦੀ ਸੋਭਾ ਹੈ? ਤਾਂ ਇਸ ਵਾਸਤੇ ਮਹਾਰਾਜ ਦਾ ਪਿਆਰ ਹੈ ਸਾਨੂੰ। ਸੋ ਗੁਰੂ ਸਾਹਿਬ ਦਾ ਜੋ ਸਤਿਕਾਰ ਕਰਦੇ, ਮਹਾਰਾਜ ਦੀਆਂ ਬਿਲਡਿੰਗਾਂ ਬਣਾਉਂਦੇ, ਅਖੰਡ ਪਾਠਾਂ ਦੀਆਂ ਲੜੀਆਂ ਚਲਾਉਂਦੇ, ਸਾਡੇ ਬੱਚੇ ਪੜ੍ਹਾਉਂਦੇ, ਤੋ ਪਰਉਪਕਾਰ ਕਰਦੇ ਹਨ, ਉਹਨਾਂ ਸੰਤਾਂ ਦਾ ਸਤਿਕਾਰ ਕਰਨਾ ਬਣਦਾ। ਗੁਰਦੁਆਰੇ 'ਚ ਉਹਨਾਂ ਦਾ ਟਾਈਮ ਰੱਖੀਏ, ਉਹਨਾਂ ਦੇ ਦਰਸ਼ਨ ਹੋਣ, ਤਾਂ ਕਿ ਸਾਡੇ ਬੱਚਿਆਂ ਦੇ ਵੀ ਉੱਪਰ ਪ੍ਰਭਾਵ ਪਏ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਵੇ। ਇੱਥੇ ਸਾਧ ਸੰਗਤ ਜੀਓ ਅਸ਼ਟਪਦੀਆਂ ਦੀ ਸਮਾਪਤੀ ਹੋਈ ਆ। ਪਹਿਲਾਂ ਪਹਿਲੇ ਸਤਿਗੁਰਾਂ ਦੀਆਂ, ਫਿਰ ਤੀਜੇ ਪਾਤਸ਼ਾਹ ਦੀਆਂ, ਫਿਰ ਚੌਥੇ ਅਤੇ ਫਿਰ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ ਸੰਪੂਰਨ ਹੋਈਆਂ। ਕੱਲ੍ਹ ਤੋਂ ਸ੍ਰੀ ਆਨੰਦ ਸਾਹਿਬ ਬਾਣੀ ਦੀ ਕਥਾ ਵਿਚਾਰ ਹੋਵੇਗੀ।
ਸੋ ਆਪ ਕੱਲ ਦੀ ਦੀਵਾਨ ਵਿੱਚ ਸਰਵਣ ਕਰੋਗੇ। ਇੱਥੇ ਹੁਣ ਸਮਾਪਤੀ ਹੈ ਜੀ। ਬੋਲ ਚੋ ਖਿਮਾ ਕਰੋਗੇ ਤੋ ਸਮਤ ਬਖਸ਼ੋ ਜੀ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾਵਾਰੀ। ਨਾਮ ਦਾਨ ਨਾਨਕ ਵਡਿਆਈ, ਤੇਰੇ ਸੰਤ ਜਨਾ ਰੇ ਨਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਗੁਰੂ ਮੈਂ ਪਾਇਆ ਏ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ